स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंद्रप्रीत जी। मैं जी आया आपका बहुत बहुत शुक्रिया रंधावा जी। ਸਾਰਿਆਂ ਸਤਿ ਸ੍ਰੀ ਅਕਾਲ ਜੀ। ਜਿੱਥੇ ਦੇਸ਼ ਦੀ ਸਿਆਸਤ ਵਿੱਚ ਤਰਥੱਲੀ ਮੱਚੀ ਪਈ ਹੈ, ਕਿਆਸ ਰਾਈਆਂ ਦਾ ਦੌਰ ਜਾਰੀ ਹੈ, ਹਰ ਮਾਮਲੇ 'ਚ ਸਸਪੈਂਸ ਬਣਿਆ ਹੋਇਆ, ਸਰਕਾਰ ਫੈਸਲੇ ਲੈ ਕੇ ਵੀ ਲੁਕਾ ਰਹੀ ਹੈ, ਉੱਥੇ ਪੰਜਾਬ ਦੇ ਵਿੱਚ ਵੀ ਸਿਆਸਤ ਉਥਲ-ਪੁਥਲ ਵਾਲੀ ਹੈ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚੋਂ ਹੈਦਰਾਬਾਦ ਤੋਂ ਮੁੜੇ ਆਗੂਆਂ ਨੇ ਦੇਰ ਤੱਕ ਚੁੱਪੀ ਸਾਦੀ ਰੱਖੀ, ਲੇਕਿਨ ਲੰਘੇ ਦਿਨ ਪ੍ਰਤਾਪ ਸਿੰਘ ਬਾਜਵਾ ਨੇ ਮੁੜ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਹਮਲਾ ਬੋਲਿਆ। ਰਾਜਾ ਵੜਿੰਗ ਨੇ ਖੜਗੇ ਸਾਹਿਬ ਦੇ ਹਵਾਲੇ ਨਾਲ ਪਾਰਟੀ ਆਗੂਆਂ ਨੂੰ ਅਨੁਸ਼ਾਸਨ 'ਚ ਰਹਿਣ ਦਾ ਸਬਕ ਪੜਾਇਆ ਤੇ ਉਧਰ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਵੀ ਹਲਚਲ ਬਦਸਤੂਰ ਜਾਰੀ ਰਹੀ। ਇੰਡੀਆ ਗੱਠਜੋੜ ਉਨੇ ਸਿੱਧੇ ਤਰੀਕੇ ਨਾਲ ਅੱਗੇ ਨਹੀਂ ਵੱਧ ਰਿਹਾ ਜਿੰਨਾ ਸੋਚਿਆ ਜਾ ਰਿਹਾ ਸੀਗਾ। ਕਾਮਰੇਡਾਂ ਨੇ ਵੀਟੋ ਕਰਤਾ, ਉਹਨਾਂ ਨੇ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਨਾ ਜਾਣ ਦਾ ਫੈਸਲਾ ਕੀਤਾ। ਮਾਮਲਾ ਫਸਿਆ ਪੰਜਾਬ ਦਾ, ਦਿੱਲੀ ਦਾ, ਕੇਰਲ ਦਾ, ਪੱਛਮੀ ਬੰਗਾਲ ਦਾ। ਲੇਕਿਨ ਅਸੀਂ ਰਵਾਂਗੇ ਪੰਜਾਬ ਦੇ ਪਹਿਲੇ ਦੌਰ ਦੇ ਵਿੱਚ ਕਿ ਪੰਜਾਬ ਦੇ ਵਿੱਚ ਕੀ ਕਾਂਗਰਸ ਦੋ ਧੜਿਆਂ 'ਚ ਵੰਡੀ ਗਈ ਆ, ਔਰ ਜਦੋਂ ਇਸ ਮਾਮਲੇ ਨੂੰ ਪ੍ਰਤਾਪ ਸਿੰਘ ਬਾਜਵਾ ਹੈਦਰਾਬਾਦ ਦੇ ਵਿੱਚ ਉਠਾਉਂਦੇ ਆ ਤਾਂ ਖੜਗੇ ਸਾਹਿਬ ਇੱਕ ਵਾਰੀ ਉਹਨਾਂ ਨੂੰ ਇਹ ਕਹਿ ਕੇ ਕਿ ਇਹ ਮੰਚ ਨਹੀਂ ਇੱਥੇ ਗੱਲ ਕਰਨ ਦਾ, ਤੇ ਜਦੋਂ ਇਸੇ ਮਾਮਲੇ 'ਚ ਦਿੱਲੀ ਤੇ ਹੋਰ ਰਾਜਾਂ ਦੇ ਆਗੂ ਇਸ ਮਾਮਲੇ ਨੂੰ ਉਠਾਉਂਦੇ ਆ ਕਿ ਘੱਟੋ ਘੱਟ 5 ਰਾਜਾਂ ਦੀ ਇਲੈਕਸ਼ਨ ਦੇਖ ਲਈ ਜਾਵੇ, ਨਤੀਜੇ ਦੇਖ ਲਏ ਜਾਣ, ਨੈਗੋਸੀਏਸ਼ਨ ਦੇ ਵਿੱਚ ਤਗੜੇ ਹੋ ਕੇ ਜਾਇਆ ਜਾਵੇ, ਕਿਉਂਕਿ ਜਿੱਥੇ ਜਿੱਥੇ ਵੀ ਕਾਂਗਰਸ ਸਿੱਧੇ ਰੂਪ ਵਿੱਚ ਸਰਕਾਰ ਬਣਾਉਣ ਦੇ ਸਮਰੱਥ ਹੈ ਉੱਥੇ ਹੀ ਆਮ ਆਦਮੀ ਪਾਰਟੀ ਵੀ ਆ ਕੇ ਤਾਲ ਠੋਕ ਰਹੀ ਹੈ, ਜਿਹਦਾ ਸਿੱਧਾ ਨੁਕਸਾਨ ਕਾਂਗਰਸ ਨੂੰ ਹੋਵੇਗਾ। ਸੋ ਸਤੰਬਰ ਜਾਂ ਅਕਤੂਬਰ ਮਹੀਨੇ 'ਚ ਦਾਅਵੇ ਜਿਹੜੇ ਕੀਤੇ ਜਾ ਰਹੇ ਆ ਸੀਟ ਸ਼ੇਅਰਿੰਗ ਨੂੰ ਲੈ ਕੇ, ਇਹਦੇ ਉੱਤੇ ਨਾ ਜਾਇਆ ਜਾਵੇ। 5 ਰਾਜਾਂ ਦੀ ਇਲੈਕਸ਼ਨ ਤੋਂ ਬਾਅਦ ਸੋਚਿਆ ਜਾਵੇ। ਇਹ ਮਾਮਲਾ ਬਹੁਤ ਅਹਿਮ ਆ ਤੇ ਇਹਦੇ ਉੱਤੇ ਡਿਟੇਲਡ ਗੱਲ ਕਰਦੇ ਆ। ਦੂਜਾ ਮਾਮਲਾ, ਲੰਗੀ ਸ਼ਾਮ ਜਦੋਂ ਕੇਂਦਰੀ ਕੈਬਨਿਟ ਦੀ ਮੀਟਿੰਗ ਸੀ ਤਾਂ ਉਸ ਤੋਂ ਬਾਅਦ ਇੱਕ ਮੰਤਰੀ ਟਵੀਟ ਕਰ ਦਿੰਦੇ ਆ, ਜਿਹਨੂੰ ਥੋੜੀ ਦੇਰ ਬਾਅਦ ਉਹ ਵਾਪਸ ਲੈ ਲੈਂਦੇ ਆ। ਟਵੀਟ ਕੀ ਸੀਗਾ? ਮਹਿਲਾ ਰਿਜ਼ਰਵੇਸ਼ਨ ਦੇ ਮਾਮਲੇ ਦੇ ਵਿੱਚ ਸਰਕਾਰ ਦਾ ਫੈਸਲਾ। ਹੁਣ ਇਹ ਰਿਜ਼ਰਵੇਸ਼ਨ 27 ਸਾਲਾਂ ਤੋਂ ਫਸੀ ਹੋਈ ਆ ਔਰ ਇਹ ਬਹੁਤ ਪਹਿਲਾਂ 96, 97, 98 ਚ ਵੀ ਅੱਗੇ ਵੱਧਦੀ ਆ, ਲੇਕਿਨ 2010 ਦੇ ਵਿੱਚ ਆ ਕੇ ਇਹ ਰਾਜ ਸਭਾ ਦੇ ਵਿੱਚ ਪ੍ਰਵਾਨ ਹੋ ਜਾਂਦੀ ਆ, ਲੇਕਿਨ ਅਜੇ ਤੱਕ ਵੀ ਇਹ ਫਸੀ ਹੋਈ ਆ। ਲੇਕਿਨ ਇਹਨੂੰ ਲਾਗੂ ਕਰਨਾ ਬੇਹੱਦ ਕਠਿਨ ਹੈ। ਇਹ 2024 ਦੀ ਪਾਰਲੀਮੈਂਟ ਦੇ ਵਿੱਚ ਲਾਗੂ ਨਹੀਂ ਹੋ ਸਕੇਗੀ, ਇਹਦੇ ਚ ਕੋਈ ਦੋ ਰਾਵਾਂ ਨਹੀਂ। ਪਰ ਮੋਦੀ ਸਾਹਿਬ ਦੇਸ਼ ਦੀਆਂ ਬਹੁ ਗਿਣਤੀ ਔਰਤਾਂ ਤੱਕ ਮੈਸੇਜ ਪਹੁੰਚਾ ਕੇ ਕਿ ਅਸੀਂ ਤੁਹਾਡੇ ਲਈ ਕਰ ਰਹੇ ਹਾਂ, ਅਸੀਂ ਹੀ ਕੁਰਬਾਨੀ ਕਰ ਰਹੇ ਹਾਂ, ਉਹ ਵੋਟਾਂ ਦੇ ਵਿੱਚੋਂ ਨਿਕਲਣਾ ਚਾਹ ਰਹੇ ਆ ਕਿ ਇਹਦੀ ਇਸ ਗੱਲ ਨੂੰ ਅੱਗੇ ਵਧਾ ਲਈਏ। ਪੰਜਾਬ ਦੇ 4 ਮੁੱਦੇ ਇਕੱਠੇ ਕਰ ਦਿੰਦੇ ਆ। ਨੰਬਰ 1 ਤੇ RDF, ਰੂਰਲ ਡਿਵੈਲਪਮੈਂਟ ਫੰਡ, ਜਿਹੜਾ ਸਾਡੇ ਪੇਂਡੂ ਸਟਰਕਚਰ ਨੂੰ ਖੜਾ ਕਰਦਾ ਹੈ, ਸਾਡੇ ਇਨਫਰਾਸਟ੍ਰਕਚਰ ਦੀ ਜਾਨ ਹੈ, ਰੂਹ ਆ। ਉਹਦੇ ਉੱਤੇ ਕੇਂਦਰ ਨਾਲ ਪਵਾੜਾ ਸੁਪਰੀਮ ਕੋਰਟ 'ਚ ਨਜਿੱਠਿਆ ਜਾਊਗਾ। 25 ਤੋਂ ਸੁਣਵਾਈ ਸ਼ੁਰੂ ਹੋਣ ਵਾਲੀ ਆ। ਅਮਿਤ ਸ਼ਾਹ ਪੰਜਾਬ 'ਚ ਆ ਰਹੇ ਨੇ ਔਰ ਉਹ ਅੰਮ੍ਰਿਤਸਰ ਦੇ ਵਿੱਚ ਉੱਤਰੀ ਭਾਰਤ ਦੇ ਰਾਜਾਂ ਦੀ ਕੌਂਸਲ ਦੀ ਅਗਵਾਈ ਕਰਨਗੇ, ਪ੍ਰਜ਼ਾਈਡ ਕਰਨਗੇ ਮੀਟਿੰਗ ਨੂੰ, ਜਿੱਥੇ ਪੰਜਾਬ ਖੜਾ ਹੋਊਗਾ ਪਾਣੀਆਂ ਦੇ ਮੁੱਦਿਆਂ ਨਾਲ। ਪਰ ਕੀ ਪੰਜਾਬ ਚੰਡੀਗੜ੍ਹ ਆਪਣੀ ਰਾਜਧਾਨੀ ਦਾ ਜ਼ਿਕਰ ਉਠਾਊਗਾ? ਪੰਜਾਬ ਦੀ ਰਾਜਧਾਨੀ ਨਾ ਹੋਣਾ ਇਸ ਦੇਸ਼ ਨੂੰ ਮਿਹਣਾ। ਅਜੇ ਤੱਕ ਏਡੇ ਵੱਡੇ ਰਾਜ ਔਰ ਘੱਟ ਗਿਣਤੀ ਲੋਕਾਂ ਦੇ ਸਮੂਹ ਦੇ ਰਾਜ ਦੇ ਨਜ਼ਰੀਏ ਤੋਂ ਇਹਨੂੰ ਰਾਜਧਾਨੀ ਨਾ ਦੇਣਾ ਜ਼ਿਆਦਤੀ ਆ। ਕੀ ਪੰਜਾਬ ਸਰਕਾਰ ਪੁਖਤਗੀ ਨਾਲ ਇਹ ਮਾਮਲਾ ਉਠਾਊਗੀ? ਇਹ ਸਾਰੇ ਸਵਾਲ ਲੈਂਦੇ ਆ, ਲੇਕਿਨ ਅਸੀਂ ਜ਼ਰੂਰ ਜਾਵਾਂਗੇ ਕਿ ਇੱਕ ਬੁਲਟ ਟ੍ਰੇਨ ਪੰਜਾਬ ਨੂੰ ਗਿਫਟ ਹੋ ਰਹੀ ਆ। ਕਿਸਾਨਾਂ ਤੇ ਇਹਦਾ ਕਿੰਨਾ ਕੁ ਮਾੜਾ ਅਸਰ ਹੋਣਾ, ਇਹ ਵੀ ਇੱਕ ਐਂਗਲ ਆ। ਕਿਸਾਨਾਂ ਨੇ ਤਾਲ ਠੋਕਤੀ ਆ ਔਰ ਸਾਡੇ ਚੈਨਲ ਜਿਹੜੇ ਨੇ, ਖਾਸ ਤੌਰ ਤੇ ਮੇਨ ਸਟ੍ਰੀਮ ਦੇ ਚੈਨਲ, ਸੋਸ਼ਲ ਮੀਡੀਆ ਦੇ ਚੈਨਲ ਔਰ ਮੀਡੀਆ ਖਾਸ ਤੌਰ ਤੇ, ਉਹਦੇ ਉੱਤੇ ਸੁਪਰੀਮ ਕੋਰਟ ਸਖਤ ਆ ਕਿ ਕੋਈ ਸੈਲਫ ਡਿਸਪਲਿਨ ਹੀ ਲਾ ਲਓ, ਹੋਰ ਕੁਝ ਨਹੀਂ, ਕੋਈ ਰੈਗੂਲੇਟਰੀ ਆਪ ਹੀ ਬਣਾ ਲਓ। ਇੰਦਰਪ੍ਰੀਤ ਜੀ, ਸਭ ਤੋਂ ਪਹਿਲਾਂ ਅਸੀਂ ਖਬਰਾਂ ਵੱਲ ਜਾਣ ਤੋਂ ਪਹਿਲਾਂ ਇੱਕ ਦੁਖਦਾਈ ਖਬਰ ਮਿਲ ਰਹੀ ਆ। ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਦੇ ਪਿਤਾ ਪ੍ਰੋਫੈਸਰ BC ਵਰਮਾ ਨਹੀਂ ਰਹੇ। ਸੋ ਅਸੀਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਅਫਸੋਸ ਵਿਅਕਤ ਕਰਦੇ ਹਾਂ ਔਰ ਉਹਨਾਂ ਨੂੰ ਸ਼ਰਧਾ ਭੇਂਟ ਕਰਦੇ ਹਾਂ। ਮੈਂ ਚਾਹੂੰਗਾ ਕਿ ਅਸੀਂ ਇਹਦੇ ਤੋਂ ਅੱਗੇ ਵਧਦੇ ਹਾਂ। ਰੰਧਾਵਾ ਸਾਹਿਬ, ਦੇਖੋ, ਆਪਾਂ ਪਹਿਲਾਂ ਤੋਂ ਹੀ ਇਹ ਲਗਾਤਾਰ ਡਿਸਕਸ ਕਰ ਰਹੇ ਹਾਂ ਕਿ ਇਹ ਰਫੜ ਕੱਲਾ ਪੰਜਾਬ 'ਚ ਨਹੀਂ ਪੈਣਾ, ਇਹ ਹੋਰਾਂ ਤਾਂ ਵੀ ਪਊਗਾ। ਚਲੋ ਅਸੀਂ ਕਿਉਂਕਿ ਪੰਜਾਬ ਨਾਲ ਸੰਬੰਧਿਤ ਗੱਲਾਂ ਜ਼ਿਆਦਾ ਰੱਖਾਂਗੇ। ਪੰਜਾਬ ਦੇ ਵਿੱਚ ਜਿਹੜੀ 2 ਦਿਨ ਦੀ ਇਹ ਮੀਟਿੰਗ ਤੋਂ ਬਾਅਦ ਹੁਣ ਇੱਕ ਹੋਰ ਆਇਆ ਕਿ ਸਾਰਿਆਂ ਨੂੰ ਅਨੁਸ਼ਾਸਨ 'ਚ ਰਹਿਣਾ। ਇਹ ਖੜਗੇ ਸਾਹਿਬ ਦਾ ਇੱਕ ਮੈਸੇਜ ਆਇਆ ਜਿਹੜਾ ਰਾਜਾ ਵੜਿੰਗ ਨੇ ਵੀ ਅੱਗੇ ਪਾਸ ਕੀਤਾ ਹੈ। ਤਾਂ ਜਿਹੜੀ ਗੱਲ ਉਹ ਕਰ ਰਹੇ ਆ ਉਹ ਤਾਂ ਖੁਦ ਹੀ ਉਹਦਾ ਜਿਹੜਾ ਜਿਹਨੂੰ ਕਹਿੰਦੇ ਵੀ ਅਨੁਸ਼ਾਸਨ ਭੰਗ ਕਰਨ ਦਾ
ਉਹ ਤਾਂ ਖੁਦ ਹੀ ਜਿਹੜੇ ਪ੍ਰਤਾਪ ਸਿੰਘ ਬਾਜਵਾ ਜਾਂ ਰਾਜਾ ਵੜਿੰਗ ਇਹੀ ਲੋਕ ਨੇ ਨਾ ਜਿਹੜਾ ਵਿਰੋਧ ਕਰ ਰਿਹਾ। ਸੋ ਕੀ ਇਹ ਲੋਕ ਆਪਣੇ ਆਪ ਨੂੰ ਜ਼ਾਬਤੇ 'ਚ ਰੱਖਣਗੇ ਕਿ ਨਹੀਂ, ਪਹਿਲਾਂ ਤਾਂ ਇਹ ਗੱਲ ਹੈ। ਵਰਕਰ ਦੀ ਗੱਲ ਤਾਂ ਆਪਾਂ ਬਾਅਦ 'ਚ ਕਰਾਂਗੇ, ਪਹਿਲਾਂ ਤਾਂ ਉਹ ਲੋਕ ਜਿਨ੍ਹਾਂ ਨੇ ਡਿਸਪਲਿਨ ਬਣਾ ਕੇ ਰੱਖਣਾ ਹੈ ਉਹ ਤਾਂ ਘੱਟੋ ਘੱਟ ਜ਼ਾਬਤੇ 'ਚ ਆਣ। ਜੇ ਇਹੀ ਜ਼ਿਆਦਾ ਇਸ ਤਰ੍ਹਾਂ ਕਰਦੇ ਰਹੇ ਤਾਂ ਫਿਰ ਮੈਨੂੰ ਲੱਗਦਾ ਕਿ ਪੰਜਾਬ 'ਚ ਗਠਜੋੜ ਹੋਣ ਵਾਲਾ ਹੈ ਨਹੀਂ, ਸੰਭਵ ਨਹੀਂ ਹੈ ਕਿ ਪੰਜਾਬ 'ਚ ਗਠਜੋੜ ਹੋਵੇ, ਕਿਉਂਕਿ ਬਹੁਤ ਸ਼ਾਰਪ ਡਿਵੀਜ਼ਨ ਇੱਕ ਤਰ੍ਹਾਂ ਦੀ ਕਾਂਗਰਸ ਦੇ ਵਿੱਚ ਨਜ਼ਰ ਆ ਰਹੀ ਹੈ। ਕੱਲ ਹੀ ਤੁਸੀਂ ਦੇਖਿਆ ਹੋਣਾ ਜਿਹੜਾ ਇੱਕ ਮਰਡਰ ਹੋਇਆ ਕਾਂਗਰਸ ਦੇ ਲੀਡਰ ਦਾ, ਉਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਬਹੁਤ ਤਿੱਖਾ ਪ੍ਰਤੀਕਰਮ ਜ਼ਾਹਿਰ ਕੀਤਾ, ਮਤਲਬ ਸਰਕਾਰ ਦੇ ਲਾਅ ਐਂਡ ਆਰਡਰ ਨੂੰ ਖਾਸ ਤੌਰ ਤੇ ਲੈ ਕੇ ਬੜਾ ਤਿੱਖਾ ਪ੍ਰਤੀਕਰਮ ਦਿੱਤਾ ਉਹਨਾਂ ਨੇ। ਤਾਂ ਉਸ ਤੋਂ ਬਾਅਦ ਫਿਰ ਇੱਕ ਗੱਲ ਉੱਠ ਜਾਂਦੀ ਹੈ ਵੀ ਇੱਕ ਪਾਸੇ ਤਾਂ ਆਪਾਂ ਸੱਤਾਰੂੜ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੇ ਨਾਲ ਗਠਜੋੜ ਕਰਨ ਜਾ ਰਹੇ ਹਾਂ, ਦੂਸਰੇ ਪਾਸੇ ਅਸੀਂ ਉਹਨਾਂ ਨੂੰ ਹੀ ਜਿਹੜਾ ਹੈਗਾ ਉਹ ਕਟਗਰੇ 'ਚ ਖੜੇ ਕਰਦੇ ਰਹਿੰਦੇ ਹਾਂ। ਤਾਂ ਇਹ ਦੋਨੋਂ ਪੈਰਲਲ ਚੱਲਣਗੀਆਂ ਕਿਵੇਂ? ਦੂਜੀ ਗੱਲ ਇੱਕ ਹੋਰ ਵੀ ਹੈ ਇਹਦੇ ਵਿੱਚ ਹੀ ਨਾਲ ਸ਼ਾਮਿਲ ਹੈ। ਮੈਂ ਕਿਹਾ ਸੀਗਾ ਕਿ ਕੱਲ ਮੈਂ ਇਹੀ ਤੁਹਾਨੂੰ ਗੱਲ ਕਿਹਾ ਸੀ ਵੀ ਕੱਲ ਆਪਾਂ ਹੋਰ ਵੀ ਦੇਖਾਂਗੇ, ਕਈ ਸਟੇਟਾਂ ਦੇ ਵਿੱਚ ਇਹਦਾ ਪੰਗਾ ਪੈਣਾ ਹੀ ਪੈਣਾ। ਹੁਣ ਉਹ ਅੱਜ ਆ ਗਿਆ ਸਾਰੇ ਉੱਤੇ ਕਿ ਕਮਿਊਨਿਸਟ ਪਾਰਟੀਆਂ ਨੇ ਇੱਕ ਤਾਂ ਤਾਲਮੇਲ ਕਮੇਟੀ 'ਚ ਆਪਣਾ ਬੰਦਾ ਭੇਜਣ ਤੋਂ ਸਾਫ਼ ਇਨਕਾਰ ਕਰਤਾ ਹੈ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿਤਾ ਕਿ ਅਸੀਂ ਨਾ ਤਾਂ ਕੇਰਲ ਦੇ ਵਿੱਚ ਕਰਾਂਗੇ ਜਿੱਥੇ ਕਾਂਗਰਸ ਹੈਗੀ ਹੈ, ਨਾ ਹੀ ਵੈਸਟ ਬੰਗਾਲ 'ਚ ਕਰਾਂਗੇ ਜਿੱਥੇ ਮਮਤਾ ਬੈਨਰਜੀ ਹੈਗੀ ਹੈ। ਹੁਣ ਜੇ ਦੋ ਵੱਡੀਆਂ ਪਾਰਟੀਆਂ ਜਿੱਥੇ ਜਿਹੜੀਆਂ ਮਤਲਬ ਇਸ ਜਿਹਨੂੰ ਕਹਿੰਦੇ ਆਪਾਂ ਇਹ ਗਠਜੋੜ ਨੂੰ ਲੈ ਕੇ ਅੱਗੇ ਚੱਲ ਰਹੀਆਂ ਨੇ, ਅਗਰ ਉਹਦੇ ਦੋ ਮਜ਼ਬੂਤ ਪਾਰਟੀਆਂ ਨਾਲ ਵਾਮਪੰਥੀ ਨਹੀਂ ਆ ਰਹੇ ਤਾਂ ਫਿਰ ਇਹ ਗਠਜੋੜ ਚੱਲੇਗਾ ਕਿਵੇਂ? ਫਿਰ ਤਾਂ ਹਰ ਸਟੇਟ ਦੇ ਵਿੱਚ ਹੀ ਕਿਸੇ ਨਾ ਕਿਸੇ ਨਾਲ ਤਾਂ ਉਹਦੇ ਦੀ ਮਤਲਬ ਪ੍ਰਤੀਦਵੰਦਤਾ ਹੈ ਹੀ ਹੈ, ਤੇ ਜੋ ਇਸ ਤਰ੍ਹਾਂ ਚੱਲਦੀ ਰਹੇਗੀ ਤਾਂ ਫਿਰ ਗਠਜੋੜ ਕਿੱਥੇ ਖੜੇਗਾ? ਸੋ ਇਹ ਸਾਰੇ ਨੂੰ ਜੇ ਤੁਸੀਂ ਉਹ 'ਚ ਦੇਖੋ ਪੂਰਾ ਕਰਕੇ, ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨ ਜਿਹੜੇ ਹੋਣਗੇ ਉਹ ਇੰਡੀਆ ਗਠਜੋੜ ਵਾਸਤੇ ਕੋਈ ਸੌਖੇ ਨਹੀਂ ਰਹਿਣੇ। ਭਾਸਕਰ ਸਾਹਿਬ, ਹੋ ਕੀ ਰਿਹਾ ਦੇਸ਼ ਦੀ ਰਾਜਨੀਤੀ ਵਿੱਚ? ਔਰ ਪੰਜਾਬ ਇਹਦੇ ਤੋਂ ਅਛੂਤਾ ਨਹੀਂਗਾ, ਵੱਖਰਾ ਨਹੀਂ, ਪਰ ਇੰਡੀਆ ਗੱਠਜੋੜ ਦੀ ਅਜੇ ਬਹੁਤ ਜ਼ਿਆਦਾ ਕੋਈ ਲੰਬੀ ਉਮਰ ਨਹੀਂ ਹੋਈ, ਪਰ ਇਹਦੇ ਵਿੱਚ ਤਰੇੜਾਂ ਪਹਿਲਾਂ ਹੀ ਉੱਭਰ ਆਈਆਂ ਨੇ ਪੰਜਾਬ ਤੋਂ ਲੈ ਕੇ ਪੂਰੇ ਦੇਸ਼ ਤੱਕ। ਤੁਸੀਂ ਵੀ ਇਹਨੂੰ ਦੇਖ ਹੀ ਰਹੇ ਹੋ, ਕੀ ਕਹਿੰਦੇ? ਰੰਧਾਵਾ ਜੀ, ਲੱਗਦਾ ਸੀਗਾ ਕਿ ਇਹ ਚੀਜ਼ ਹੋਏਗੀ, ਇਹ ਕੋਈ ਅਨਐਕਸਪੈਕਟਿਡ ਚੀਜ਼ ਨਹੀਂ ਹੋ ਰਹੀ ਕਿ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਅਲਾਈਅੰਸ ਦਾ ਵਿਰੋਧ, ਕੇਰਲਾ ਦੇ ਵਿੱਚ, ਵੈਸਟ ਬੰਗਾਲ ਦੇ ਵਿੱਚ, ਹਜੇ ਤੇ ਹੋਰ ਸੂਬਿਆਂ ਦੀ ਵਾਰੀ ਆਣੀ ਹੈ। ਬਿਹਾਰ ਦੇ ਵਿੱਚ ਵੀ ਇਹ ਰਫੜ ਪੈਣਾ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਹ ਰਫੜ ਪੈਣਾ ਹੈ, ਪਰ ਜਿਹੜੀ ਆਮ ਸਹਿਮਤੀ ਸਪਟੈਂਬਰ 1 ਦੀ ਮੀਟਿੰਗ ਵਿੱਚ ਮੁੰਬਈ 'ਚ ਬਣੀ ਹੈ ਉਹ ਵੱਡੀ ਗੱਲ ਹੈਗੀ ਹੈ, ਕਿਉਂਕਿ ਇਹਨਾਂ ਗੱਲਾਂ ਦਾ ਤੇ ਪਹਿਲੇ ਹੀ ਅੰਦੇਸ਼ਾ ਸੀਗਾ। ਸੂਬੇ ਦੀ ਲੀਡਰਸ਼ਿਪ ਭਾਵੇਂ ਵੈਸਟ ਬੰਗਾਲ ਦੀ ਹੋਏ, ਉੱਥੇ ਅਧੀਰ ਰੰਜਨ ਚੌਧਰੀ ਜਿਹੜੇ ਲੋਕ ਸਭਾ ਦੇ ਵਿੱਚ ਲੀਡਰ ਨੇ, ਉਹਨਾਂ ਨੇ ਤੇ ਇਹਨਾਂ ਇੰਡੀਆ ਅਲਾਈਅੰਸ ਦੀ ਮੀਟਿੰਗ ਤੋਂ ਪਹਿਲੇ ਹੀ ਇਹ ਗੱਲ ਕਹਿਤੀ ਸੀ ਵੀ ਵੈਸਟ ਬੰਗਾਲ ਦੇ ਵਿੱਚ ਅਸੀਂ ਮਮਤਾ ਬੈਨਰਜੀ ਦੇ ਨਾਲ ਕਿਸੇ ਵੀ ਤਰੀਕੇ ਦੀ ਸੀਟ ਸ਼ੇਅਰਿੰਗ ਜਾਂ ਅਲਾਈਅੰਸ ਨਹੀਂ ਕਰ ਸਕਦੇ। ਐਦਾਂ ਦੀ ਗੱਲਾਂ ਹੀ ਪੰਜਾਬ ਵਿੱਚ ਆ ਰਹੀਆਂ। ਪੰਜਾਬ ਦੇ ਵਿੱਚ ਚੁੱਪ ਕਰਾਉਣ ਦੀ ਕੋਸ਼ਿਸ਼ ਤੇ ਹੋ ਰਹੀ ਹੈ। ਹੁਣ ਰਾਜਾ ਵੜਿੰਗ ਉਹਨਾਂ ਨੇ ਕੱਲ ਟਵਿੱਟਰ ਤੇ ਇਹ ਗੱਲ ਜ਼ਰੂਰ ਕਹੀ ਹੈ ਕਿ ਖੜਗੇ ਸਾਹਿਬ ਨੇ ਸਾਨੂੰ ਮੀਡੀਆ ਦੇ ਨਾਲ ਜਾਂ ਸੋਸ਼ਲ ਮੀਡੀਆ ਦੇ ਵਿੱਚ ਇਸ ਮੁੱਦੇ ਦੇ ਉੱਤੇ ਕੋਈ ਵੀ ਗੱਲਬਾਤ ਨਹੀਂ ਕਰਨੀ ਚਾਹੀਦੀ, ਪਰ ਇਹ ਤੇ ਨਹੀਂ ਕਿਹਾ ਨਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕ੍ਰਿਟਿਸਿਜ਼ਮ ਨਹੀਂ ਕਰਨਾ ਚਾਹੀਦਾ। ਉਹ ਲੱਗੇ ਹੋਏ ਨੇ। ਹਾਲਾਂਕਿ ਬਾਜਵਾ ਸਾਹਿਬ ਇਸ ਮੁੱਦੇ ਤੇ ਇੰਨੇ ਕੁ ਅੱਗੇ ਨਿਕਲ ਗਏ ਨੇ, ਜੇ ਕਿਤੇ ਸੀਟ ਸ਼ੇਅਰਿੰਗ ਜਾਂ ਅਲਾਈਅੰਸ ਹੋਇਆ ਤੇ ਫਿਰ ਬਾਜਵਾ ਸਾਹਿਬ ਨੂੰ ਉਸ ਮੁੱਦੇ ਦੇ ਉੱਤੇ ਕੁਝ ਕਹਿਣਾ ਬੜਾ ਔਖਾ ਹੋਏਗਾ। ਹੁਣ ਕਾਂਗਰਸ ਡਿਵਾਈਡਡ ਹੈਗੀ ਹੈ, ਇਹ ਗੱਲਾਂ ਅਖਬਾਰਾਂ ਦੇ ਵਿੱਚ ਵੀ ਹਰ ਜਗ੍ਹਾ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਵੀ ਕਾਂਗਰਸ ਦੇ ਜਿਹੜੇ 7 MP ਹੈ, 7 ਵਿੱਚ ਵੀ ਚਲੋ 6 ਹੀ ਰਹਿ ਗਏ, ਕਿਉਂਕਿ ਪ੍ਰਨੀਤ ਕੌਰ ਉਹਨਾਂ ਨੂੰ ਹੁਣ ਕਾਂਗਰਸ ਦਾ MP ਮੰਨਣਾ ਟੈਕਨੀਕਲ ਤੌਰ ਤੇ ਹੈਗੇ, ਪਰ ਉਹ ਮੰਨ ਨਹੀਂ ਸਕਦੇ ਕਿ ਤੁਸੀਂ ਕਾਂਗਰਸ ਦੇ ਨਾਲ ਨੇ। 6 MPਆਂ ਵਿੱਚੋਂ ਮੈਕਸਿਮਮ MPs ਇਸ ਅਲਾਈਅੰਸ ਦੀ ਫੇਵਰ ਦੇ ਵਿੱਚ ਇਹ ਖਬਰਾਂ ਲੱਗ ਰਹੀਆਂ, ਔਰ ਉਹ ਵੀ ਤਦ ਲੱਗ ਰਹੀਆਂ ਜਦ ਖੜਗੇ ਸਾਹਿਬ ਨੇ ਕਿਹਾ ਹੈ ਕਿ ਅਲਾਈਅੰਸ ਦੇ ਮੁੱਦੇ ਦੇ ਉੱਤੇ ਕੋਈ ਵੀ ਮੀਡੀਆ ਨਾਲ ਗੱਲ ਨਾ ਕਰੇ। ਤੇ ਕਈ ਵਾਰ ਤੁਸੀਂ ਰੂਲ ਬਣਾਉਂਦੇ ਹੋ, ਉਹ ਰੂਲ ਤੋੜਨ ਦੇ ਵੀ ਕਈ ਤਰੀਕੇ ਹੁੰਦੇ ਨੇ। ਰਾਜਾ ਵੜਿੰਗ ਨੇ ਜ਼ਰੂਰ ਆਪਣੇ ਹੀ ਲੀਡਰਾਂ ਨੂੰ ਇਹ ਇੱਕ ਮੈਸੇਜ ਜ਼ਰੂਰ ਦੇ ਦਿੱਤਾ ਕਿ ਵੀ ਖੜਗੇ ਸਾਹਿਬ ਚਾਹਤੇ ਹੈ ਕਿ ਇਦਾਂ ਦੇ ਮਾਮਲੇ ਦੇ ਵਿੱਚ ਕੋਈ ਵੀ ਗੱਲਬਾਤ ਨਾ ਕੀਤੀ ਜਾਏ, ਪਰ ਇਸ ਮਾਮਲੇ ਦੇ ਉੱਤੇ ਕਈ ਸੂਬਿਆਂ ਦੇ ਵਿੱਚ ਰੱਪੜ ਪੈਣਾ ਜਿਹਦਾ ਜ਼ਿਕਰ ਇੰਦਰਪ੍ਰੀਤ ਉਹਨਾਂ ਨੇ ਕੀਤਾ। ਔਰ CPM ਦੀ ਗੱਲ ਕਰੀਏ, ਯਾਨੀ ਲੈਫਟ ਪਾਰਟੀ ਦੀ ਗੱਲ ਕਰੀਏ, ਸੇਮ ਚੀਜ਼ ਵੈਸਟ ਬੰਗਾਲ ਤੇ ਕੇਰਲਾ ਦੇ ਵਿੱਚ ਹੈ। ਵੈਸਟ ਬੰਗਾਲ ਦੇ ਵਿੱਚ ਜੇ ਲੈਫਟ ਪਾਰਟੀਜ਼ ਕਿਸੇ ਵੀ ਤਰੀਕੇ ਦਾ ਅਲਾਈਅੰਸ ਨਾਲ ਜਾਂ ਗੱਠਜੋੜ ਕਰਦੀ ਹੈ, ਤੁਸੀਂ ਇਹ ਦੇਖੋ ਕਿ ਉੱਥੇ ਮੇਨ BJP ਤੇ TMC ਦਾ ਗੱਠਜੋੜ ਹੈ, ਔਰ TMC ਦੇ ਉੱਤੇ ਲੈਫਟ ਪਾਰਟੀਜ਼ ਹਮੇਸ਼ਾ ਇਹ ਆਰੋਪ ਲਗਾਉਂਦੀ ਹੈ ਕਿ TMC ਦੀ ਵਜ੍ਹਾ ਨਾਲ BJP ਵੈਸਟ ਬੰਗਾਲ ਦੇ ਵਿੱਚ ਆਪਣੀ ਰਾਜਨੀਤੀ ਨੂੰ ਖੜਾ ਕਰ ਪਾਈ ਹੈ।
ਔਰ ਕੇਰਲਾ ਦੇ ਵਿੱਚ ਤੇ ਬੀਜੇਪੀ ਹੈ ਹੀ ਨਹੀਂ। ਹੁਣ ਕੇਰਲਾ ਦੇ ਵਿੱਚ ਬੀਜੇਪੀ ਜਿੰਨੀ ਕੁ ਹੈਗੀ ਹੈ ਉਹਨੂੰ ਸਾਂਭਣ ਵਾਸਤੇ ਲੈਫਟ ਪਾਰਟੀ ਆਪਣੇ ਆਪ ਨੂੰ ਕੈਪੇਬਲ ਸਮਝਦੀ ਹੈ। ਕਾਂਗਰਸ ਦੇ ਨਾਲ ਉਹਨਾਂ ਦਾ ਵਿਰੋਧ ਹੈ। ਅਲਾਈਅੰਸ ਕਰਨ ਤੋਂ ਬਾਅਦ ਤੁਸੀਂ ਸਿੱਧਾ ਫਾਇਦਾ ਬੀਜੇਪੀ ਨੂੰ ਹੋਏਗਾ। ਇਹ ਸਾਰੇ ਸੂਬਿਆਂ ਦੇ ਵਿੱਚ ਇਹ ਗੱਲਾਂ ਹੈਗੀਆਂ, ਪਰ ਹੁਣ ਰਿਸਪੌਂਸਿਬਿਲਿਟੀ ਕਾਂਗਰਸ ਦੀ ਹੈਗੀ ਹੈ, ਕਿਉਂਕਿ ਕਾਂਗਰਸ ਇਸ ਇੰਡੀਆ ਅਲਾਈਅੰਸ ਨੂੰ ਲੀਡ ਕਰ ਰਿਹਾ ਹੈ। ਜੇ ਉਹੀ ਇਦਾਂ ਦੀ ਗੱਲਾਂ 'ਚ ਪਏਗਾ ਤੇ ਫਿਰ ਇਹ ਗੱਲ ਸਿਰੇ ਕਿੱਦਾਂ ਚੜੇਗੀ? ਇਸ ਗੱਲ ਨੂੰ ਕਾਂਗਰਸ ਹਾਈਕਮਾਨ ਚੰਗੀ ਤਰੀਕੇ ਨਾਲ ਸਮਝਦੀ ਹੈ। ਅੱਗੇ ਚੱਲ ਕੇ ਕਿਸ ਮੁੱਦੇ ਦੇ ਉੱਤੇ ਕਿੱਦਾਂ ਇੱਕ ਤਰੀਕੇ ਨਾਲ ਕੰਪਰੋਮਾਈਜ਼ ਹੁੰਦਾ ਹੈ, ਬਾਰਗੇਨਿੰਗ ਹੁੰਦਾ ਹੈ, ਕਿਉਂਕਿ 5 ਸੂਬਿਆਂ ਦੇ ਵਿੱਚ ਆਉਣ ਵਾਲੇ ਟਾਈਮ ਵਿੱਚ ਇਲੈਕਸ਼ਨ ਹੈਗੇ ਆ, ਉੱਥੇ ਕਾਂਗਰਸ ਦੀ ਪਰਫਾਰਮੈਂਸ ਵਧੀਆ ਹੋ ਸਕਦੀ ਹੈ। ਪਾਰਟੀ ਦੇ ਅੰਦਰੋਂ ਆਵਾਜ਼ ਆ ਰਹੀ ਹੈ ਰੁਕ ਜਾਓ, ਨਵੰਬਰ ਤੋਂ ਪਹਿਲੇ ਇਦਾਂ ਦੀ ਕੋਈ ਗੱਠਜੋੜ ਜਾਂ ਸੀਟ ਸ਼ੇਅਰਿੰਗ ਦੇ ਉੱਤੇ ਕੋਈ ਫਾਈਨਲਾਈਜੇਸ਼ਨ ਨਾ ਕਰੋ। ਇਹ ਰਾਜਨੀਤੀ ਹਜੇ 2 4 5 6 ਮਹੀਨੇ ਹੋਰ ਚੱਲਣੀ ਹੈ ਔਰ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿੱਤਾ ਜਾ ਸਕਦਾ। ਭਾਸਕਰ ਸਾਹਿਬ ਔਰ ਇੰਦਰਪ੍ਰੀਤ ਜੀ, ਜਦੋਂ ਸ਼ੁਰੂ ਦੇ ਵਿੱਚ ਅਜੇ ਕੋਈ ਗੱਠਜੋੜ ਨਹੀਂ ਸੀ ਤਾਂ ਉਦੋਂ ਇਹ ਮੰਨਿਆ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਜਿੱਥੇ ਜਿੱਥੇ ਵੀ ਬੀਜੇਪੀ ਨੂੰ ਮਦਦ ਦੀ ਲੋੜ ਹੁੰਦੀ ਆ ਉੱਥੇ ਚਲੇ ਜਾਂਦੀ ਆ। ਆਮ ਪਰਸੈਪਸ਼ਨ ਸੀ ਵੱਡੇ ਆਗੂਆਂ ਦੇ ਵਿੱਚ, ਔਰ ਇਹ ਹਮੇਸ਼ਾ ਬਹਿਸਾਂ ਦਾ ਹਿੱਸਾ ਵੀ ਰਹੀ ਹੈ ਕਿ ਆਮ ਆਦਮੀ ਪਾਰਟੀ ਬੀ ਟੀਮ ਹੈ ਬੀਜੇਪੀ ਦੀ। ਪਰ ਜਦੋਂ ਕੇਂਦਰੀ ਸੱਤਾ ਨੇ ਪੂਰੀ ਤਰ੍ਹਾਂ ਇਹਨੂੰ ਨਿਸ਼ਾਨੇ ਤੇ ਲਿਆ, ਆਮ ਆਦਮੀ ਪਾਰਟੀ ਨੂੰ ਇਹਦੇ ਲੀਡਰ ਘਿਰ ਕੇ ਅੰਦਰ ਚਲੇ ਗਏ, CBI ED ਦੇ ਮਾਮਲੇ, ਦਿੱਲੀ ਦੀਆਂ ਪਾਵਰਾਂ ਦੇ ਮਾਮਲੇ, ਉਪ ਰਾਜਪਾਲ ਨਾਲ ਪੰਗੇ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਕੋਲ ਕੋਈ ਦੂਜਾ ਰਾਹ ਨਹੀਂ ਸੀ ਬਚਿਆ ਕਿ ਉਹ ਬਾਕੀ ਪਾਰਟੀਆਂ ਦੀ ਸ਼ਰਨ 'ਚ ਜਾਵੇ। ਹੁਣ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਇਹ ਮਹਿਸੂਸ ਕਰਦੀ ਹੈ ਕਿ ਜਿੰਨਾ ਰਾਜਾਂ ਦੇ ਵਿੱਚ ਅਸੀਂ ਮਜ਼ਬੂਤ ਹਾਂ ਉੱਥੇ ਆਣ ਕੇ ਆਮ ਆਦਮੀ ਪਾਰਟੀ ਕਿਉਂ ਗੱਲ ਕਰ ਰਹੀ, ਉਹ ਸਾਡੇ ਮੁੱਖ ਮੰਤਰੀਆਂ ਦੇ ਖਿਲਾਫ ਕਿਉਂ ਬਿਆਨ ਦਾਗਦੀ ਆ, ਉਹ ਕਿਉਂ ਇਲੈਕਸ਼ਨ ਲੜਨਾ ਚਾਹੁੰਦੀ ਉਹਨਾਂ ਥਾਵਾਂ ਤੇ ਆ ਕੇ। ਵੈਸੇ ਤਾਂ ਇਹ 'ਚ ਕੋਈ ਦੋ ਰਾਵਾਂ ਨਹੀਂ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਜਿਹਨੂੰ ਹੁਣ ਨੈਸ਼ਨਲ ਪਾਰਟੀ ਦਾ ਰੁਤਬਾ ਹਾਸਲ ਹੋ ਗਿਆ ਹੋਵੇ ਉਹਦਾ ਸਾਰੇ ਦੇਸ਼ ਵਿੱਚ ਜਾਣਾ ਬੜਾ ਜ਼ਰੂਰੀ ਹੁੰਦਾ। ਉਹ ਜਾਣਗੇ, ਕਿਉਂ ਨਹੀਂ ਜਾਣਗੇ ਜਦੋਂ ਉਹਨਾਂ ਕੋਲ ਸਾਧਨ ਹੈਗੇ, ਹੈਲੀਕਾਪਟਰ ਹੈਗੇ ਆ, ਸਾਰਾ ਕੁਝ ਹੈਗਾ। ਪਰ ਦੂਜੀਆਂ ਪਾਰਟੀਆਂ ਸਮਝਦੀਆਂ ਕਿ ਜੇ ਗੱਠਜੋੜ ਦੀ ਗੱਲ ਤੁਰੀ ਹੈ ਤਾਂ ਇਸ ਇਲੈਕਸ਼ਨ ਨੂੰ ਐਜ ਇਟ ਇਜ਼ ਲੜ ਲਿਆ ਜਾਵੇ। ਜੋ ਸਿਚੁਏਸ਼ਨ ਤੁਸੀਂ ਨਵੇਂ ਮਾਹੌਲ ਨੂੰ ਕ੍ਰੀਏਟ ਕਰਦੇ ਹੋ। ਸੋ ਇਹ ਕਾਂਗਰਸੀਆਂ ਦੇ ਆਪਣੇ ਆਪ ਚ ਇੰਦਰਪ੍ਰੀਤ ਜੀ ਕੁਝ ਇੱਕ ਜਿਹੜੇ ਸ਼ੰਕੇ ਨੇ ਇਹਨਾਂ ਨੂੰ ਕੋਈ ਨਿਵਰਤ ਕਰ ਨਹੀਂ ਸਕਦਾ। ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋਵੇਂ ਹੀ ਵੱਖ-ਵੱਖ ਸੂਬਿਆਂ 'ਚ ਬਿਨਾਂ ਛੁੱਟੀ ਲਏ ਜਾ ਰਹੇ ਆ। ਸੋ ਇਹ ਇੱਕ ਛੋਟੀ ਜਿਹੀ ਟਿੱਪਣੀ ਤੋਂ ਬਾਅਦ ਸਿੱਧਾ ਆਈਏ ਮਹਿਲਾ ਰਿਜ਼ਰਵੇਸ਼ਨ ਬਿੱਲ ਦੇ ਉੱਤੇ। ਔਰ ਇਹ ਬਿੱਲ ਜਦੋਂ ਮੈਂ ਇਹਦੇ ਅੰਕੜੇ ਦੇਖ ਰਿਹਾ ਸੀਗਾ ਤਾਂ ਇਹ 1996 ਚ 98 ਚ ਤੇ 99 ਦੇ ਵਿੱਚ ਵੀ ਪੇਸ਼ ਹੋਇਆ, ਲੇਕਿਨ ਇਹ 2010 ਦੇ ਵਿੱਚ ਰਾਜ ਸਭਾ 'ਚ ਪਾਸ ਹੁੰਦਾ ਹੈ। ਲੇਕਿਨ ਬਿੱਲ ਲੋਕ ਸਭਾ ਦੇ ਵਿੱਚ ਪਾਸ ਨਹੀਂ ਹੋ ਪਾਉਂਦਾ ਕਿਉਂਕਿ ਇਹਨੂੰ SP UPA ਦੇ ਮੈਂਬਰ ਵਜੋਂ RJD ਤੇ ਹੋਰ ਕੁਝ ਪਾਰਟੀਆਂ ਸਪੋਰਟ ਨਹੀਂ ਕਰਦੀਆਂ। ਹੁਣ ਲੋਕ ਸਭਾ ਦੇ ਵਿੱਚ ਕੋਈ 78 ਔਰਤਾਂ ਨੇ 543 ਚੋਂ, ਤੇ ਰਾਜ ਸਭਾ ਦੇ ਵਿੱਚ 238 ਚੋਂ 31 ਔਰਤਾਂ ਨੇ। ਇਹ ਪ੍ਰਤੀਸ਼ਤਤਾ ਬਹੁਤ ਘੱਟ ਬਣਦੀ ਆ। ਹੁਣ ਜਿਹੜੀ ਰਿਜ਼ਰਵੇਸ਼ਨ ਦੇ ਤਹਿਤ 33% ਆਉਣ ਵਾਲੀ ਆ। ਅਸੀਂ ਅਸੈਂਬਲੀਜ਼ ਦੀ ਸਥਿਤੀ ਵੀ ਦੇਖ ਰਹੇ ਹਾਂ, ਉੱਥੇ ਵੀ ਪੰਜਾਬ 10 ਤੋਂ 12% ਵਾਲਿਆਂ 'ਚ ਹੈ, ਜਿਨ੍ਹਾਂ ਦੇ ਕੋਲ 10 ਤੋਂ 12% ਔਰਤਾਂ ਨੂੰ ਸਥਾਨ ਮਿਲਿਆ। ਸੋ ਮੈਨੂੰ ਇਹ ਰਿਜ਼ਰਵੇਸ਼ਨ 'ਚ ਜਾਣ ਤੋਂ ਪਹਿਲਾਂ ਜਿਹੜੀ ਪੰਜਾਬ ਦੀ ਸਿਚੁਏਸ਼ਨ ਹੈ, ਆਮ ਆਦਮੀ ਪਾਰਟੀ ਦਾ ਨੌਕ ਕਰਨਾ, ਜਿੱਥੇ ਜਿੱਥੇ ਕਾਂਗਰਸ ਫਾਈਟ ਦੇ ਵਿੱਚ ਹੈ ਔਰ ਤਗੜੀ ਹੈ, ਉਹਦਾ ਕਮਜ਼ੋਰ ਹੋਣਾ, ਵੰਡ ਕੇ, ਸੋ ਇਹ ਸਾਰੀਆਂ ਚੀਜ਼ਾਂ। ਰੰਧਾਵਾ ਸਾਹਿਬ ਦੇਖੋ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਪਹਿਲਾਂ ਆਮ ਆਦਮੀ ਪਾਰਟੀ ਨੂੰ ਕਿਹਾ ਹੀ ਇਹ ਜਾ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਹੈ। ਜਿੱਥੇ ਜਿੱਥੇ ਵੀ ਕਾਂਗਰਸ ਔਰ BJP ਦਾ ਸਿੱਧਾ ਮੁਕਾਬਲਾ ਹੈ ਉੱਥੇ ਉੱਥੇ ਹੀ ਆਮ ਆਦਮੀ ਪਾਰਟੀ ਜਾ ਰਹੀ ਹੈ। ਪਰ ਹੁਣ ਇਹ ਕਹਿਣਾ ਵੀ ਇਸ ਕਰਕੇ ਜਾ ਰਹੀ ਵੀ ਉਹਨਾਂ ਦੀ ਬੀ ਟੀਮ ਹੈ, ਇਹ ਵੀ ਮੈਨੂੰ ਲੱਗਦਾ ਠੀਕ ਨਹੀਂ ਹੁੰਦਾ, ਕਿਉਂਕਿ ਹਰ ਪਾਰਟੀ ਨੇ ਆਪਣਾ ਵਿਸਤਾਰ ਵੀ ਤਾਂ ਕਰਨਾ ਹੀ ਹੁੰਦਾ ਨਾ। ਉਹ ਜਿੱਥੇ ਜਿੱਥੇ ਵੀ ਇਲੈਕਸ਼ਨ ਹੋਣਗੇ ਉੱਥੇ ਹੀ ਜਾਣਗੇ। ਦੂਜੀ ਜਗ੍ਹਾ ਤੇ ਪਹਿਲਾਂ ਤਾਂ ਜਾਇਆ ਹੀ ਨਹੀਂ ਜਾ ਸਕਦਾ, ਕਿਉਂਕਿ ਇਲੈਕਸ਼ਨ ਹੀ ਕਿਹੋ ਜਿਹਾ ਦੀ ਸਿਚੁਏਸ਼ਨ ਹੁੰਦੀ ਹੈ ਜਦੋਂ ਤੁਸੀਂ ਬਹੁਤ ਤੇਜ਼ੀ ਨਾਲ ਪ੍ਰਸਾਰ ਕਰ ਲੈਂਦੇ ਹੋ ਆਪਣਾ। ਆਮ ਦਿਨਾਂ ਦੇ ਵਿੱਚ ਤੁਸੀਂ ਇੰਨਾ ਤੇਜ਼ੀ ਨਾਲ ਅੱਗੇ ਨਹੀਂ ਵੱਧ ਸਕਦੇ ਜਿੰਨਾ ਇਲੈਕਸ਼ਨਾਂ ਦੇ ਦਿਨਾਂ 'ਚ ਤੁਸੀਂ ਅੱਗੇ ਤੇਜ਼ੀ ਨਾਲ ਵੱਧ ਜਾਂਦੇ ਹੋ, ਕਿਉਂਕਿ ਦੂਜੀ ਪਾਰਟੀਆਂ ਦੇ ਨਾਰਾਜ਼ ਹੋਏ ਲੀਡਰ ਵੀ ਤੁਹਾਡੇ ਕੋਲ ਆ ਜਾਂਦੇ ਆ, ਥੋੜਾ ਬਹੁਤ ਕਾਡਰ ਵੀ ਆ ਜਾਂਦਾ ਹੈ, ਤਾਂ ਤੁਹਾਨੂੰ ਇੱਕ ਪਲੇਟਫਾਰਮ ਮਿਲ ਜਾਂਦਾ ਹੈ ਜਿਹਦੇ ਰਾਹੀਂ ਤੁਸੀਂ ਅੱਗੇ ਵਧਣਾ ਸ਼ੁਰੂ ਕਰਦੇ ਹੋ। ਸੋ ਆਮ ਆਦਮੀ ਪਾਰਟੀ ਲਗਭਗ ਉਹੀ ਕੰਮ ਕਰ ਰਹੀ ਹੈ। ਇਸੇ ਕਰਕੇ ਤੁਸੀਂ ਦੇਖੋ ਗੁਜਰਾਤ ਦੇ ਵਿੱਚ ਜਦੋਂ ਗਏ ਹੈ, ਫਸਟ ਟਾਈਮ ਹੀ ਗਏ ਸੀ ਔਰ ਕਾਫੀ ਵੱਡਾ ਮਾਹੌਲ ਉਹਨਾਂ ਨੇ ਬਣਾ ਲਿਆ ਸੀ ਉੱਥੇ ਕਿ ਹਾਂ ਲੋਕ ਉਹਨਾਂ ਨੂੰ ਪਸੰਦ ਕਰ ਰਹੇ ਆ। ਰੈਲੀਆਂ ਭਗਵੰਤ ਮਾਨ ਹੋਰਾਂ ਦੀਆਂ ਬੜੀਆਂ ਅੱਛੀਆਂ ਰੈਲੀਆਂ ਤੁਸੀਂ ਦੇਖਿਆ ਹੋਣੀਆਂ ਉਹਨਾਂ ਨੇ ਕੀਤੀਆਂ ਨੇ ਉੱਥੇ। ਤਾਂ 5 ਸੀਟਾਂ ਜਿਹੜੀਆਂ ਜਿੱਤੀਆਂ ਸੀਗੀਆਂ ਉੱਥੇ, ਉਹ ਇਸੇ ਵਜ੍ਹਾ ਕਰਕੇ ਹੀ ਆਈਆਂ ਨੇ। ਹੁਣ ਇਸੇ ਤਰ੍ਹਾਂ ਹੀ ਉਹ ਹਰਿਆਣਾ ਦੇ ਵਿੱਚ ਆਉਣਾ ਚਾਹੁੰਦੇ ਆ। ਪਹਿਲਾਂ ਵੀ ਟਰਾਈ ਕੀਤੀ ਸੀ ਉਹਨਾਂ ਨੇ ਹਰਿਆਣਾ 'ਚ, ਲੇਕਿਨ ਹੁਣ
ਬੜੇ ਖੁੱਲੇ ਤੌਰ ਤੇ ਹਰਿਆਣਾ ਦੇ ਵਿੱਚ ਆ ਰਹੇ ਨੇ, ਉੱਤਰਾਖੰਡ ਦੇ ਵਿੱਚ ਗਏ ਸੀਗੇ, ਹਿਮਾਚਲ ਦੇ ਵਿੱਚ ਵੀ ਗਏ ਸੀਗੇ। ਸੋ ਹਰ ਪਾਰਟੀ ਇਹ ਕੋਸ਼ਿਸ਼ ਕਰਦੀ ਹੀ ਹੈ ਕਿ ਉਹ ਅੱਗੇ ਵਧੇ। ਤਾਂ ਜੇ ਆਪਾਂ ਮਤਲਬ ਇਸ ਤਰ੍ਹਾਂ ਕੋਈ ਵੀ ਦੇਖੋ, ਜਿਸ ਪਾਰਟੀ ਨੂੰ ਇਹਦਾ ਨੁਕਸਾਨ ਹੁੰਦਾ ਹੈ ਉਹਨਾਂ ਦੇ ਆਉਣ ਨਾਲ, ਤਾਂ ਨੈਚੁਰਲੀ ਉਹ ਕਹੇਗੀ ਕਿ ਇਹ ਵਿਰੋਧੀ ਪਾਰਟੀ ਦੀ ਬੀ ਟੀਮ ਹੈ। ਸੋ ਇਹਦਾ ਕੋਈ ਜ਼ਿਆਦਾ ਮੈਨੂੰ ਲੱਗਦਾ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਪਰ ਹਾਂ, ਇਸ ਦਾ ਹੁਣ ਜਿਹੜਾ ਜਿਸ ਤਰ੍ਹਾਂ ਦੀ ਸਿਚੁਏਸ਼ਨ ਨੈਸ਼ਨਲ ਲੈਵਲ ਤੇ ਬਣ ਰਹੀ ਹੈ, ਉਸ ਤੇ ਕਾਂਗਰਸ ਜ਼ਰੂਰ ਇਤਰਾਜ਼ ਉਠਾ ਸਕਦੀ ਹੈ। ਵੀ ਫਰਜ਼ ਕਰੋ ਕਿ ਉਹ ਛੱਤੀਸਗੜ੍ਹ ਦੇ ਵਿੱਚ ਜਾ ਰਹੇ ਨੇ ਜਾਂ ਮੱਧ ਪ੍ਰਦੇਸ਼ ਦੇ ਵਿੱਚ ਜਾ ਰਹੇ ਨੇ, ਜਿੱਥੇ ਕਾਂਗਰਸ ਤੇ ਬੀਜੇਪੀ ਦਾ ਸਿੱਧਾ ਮੁਕਾਬਲਾ ਹੈ। ਔਰ ਰਾਦਰ ਪਿਛਲੀ ਵਾਰੀ ਤਾਂ ਤੁਸੀਂ ਦੇਖਿਆ ਹੋਣਾ, ਮੱਧ ਪ੍ਰਦੇਸ਼ ਨੂੰ ਕਾਂਗਰਸ ਨੇ ਜਿੱਤ ਹੀ ਲਿਆ ਸੀ। ਇਹ ਠੀਕ ਹੈ ਕਿ ਉਹਨਾਂ ਨੇ ਬਾਅਦ ਦੇ ਵਿੱਚ ਜਿਹੜਾ ਇੱਕ ਕੀ ਬੋਲਦੇ ਹੁੰਦੇ ਆ, ਸੇਂਧ ਮਾਰ ਕੇ ਕੁਝ ਬੰਦੇ ਉਹਨਾਂ ਦੇ ਲੈ ਗਏ ਤੇ ਉਹ ਚੀਜ਼ ਹਟ ਗਈ ਤੇ ਦੁਬਾਰਾ ਬੀਜੇਪੀ ਸੱਤਾ ਦੇ ਵਿੱਚ ਆ ਗਈ। ਸੋ ਇਹਨਾਂ ਚੀਜ਼ਾਂ ਨੂੰ ਆਪਾਂ ਅਲੱਗ ਵੀ ਰੱਖੀਏ, ਤਾਂ ਵੀ ਉੱਥੇ ਜਿਹੜੀਆਂ ਪਾਰਟੀਆਂ ਨੇ ਸਿੱਧੇ ਜਿਹੜੇ ਹੈਗੇ ਆ ਉਹਦੇ ਵਿੱਚ ਨੇ, ਲੜਾਈ ਦੇ ਵਿੱਚ ਨੇ ਕਾਂਗਰਸ ਔਰ ਬੀਜੇਪੀ। ਉੱਥੇ ਅਗਰ ਆਮ ਆਦਮੀ ਪਾਰਟੀ ਜਾਂਦੀ ਹੈ ਤਾਂ ਜਿਹੜਾ ਵਿਰੋਧੀ ਧਿਰ ਦਾ ਵੋਟ ਹੈ ਉਹ ਡਿਵਾਈਡ ਹੁੰਦਾ ਹੈ, ਤਾਂ ਉਹ ਡਿਵਾਈਡ ਹੋਣ ਦੇ ਨਾਲ ਸੱਤਾਰੂੜ ਪਾਰਟੀ ਨੂੰ ਫਾਇਦਾ ਪਹੁੰਚਦਾ ਹੀ ਪਹੁੰਚਦਾ ਹੈ। ਇਸ ਕਰਕੇ ਕਾਂਗਰਸ ਨੂੰ ਇਸ ਗੱਲ ਦਾ ਥੋੜਾ ਰੋਸ਼ ਹੈ ਕਿ ਇਹ ਉੱਥੇ ਕਿਉਂ ਜਾ ਰਿਹਾ ਹੈ ਜਿੱਥੇ ਲੜਾਈ ਸਾਡੀ ਸਿੱਧੀ ਹੈ। ਸੋ ਦੂਜੀ ਤੁਸੀਂ ਗੱਲ, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ, ਇਹਨਾਂ ਤਿੰਨਾਂ ਥਾਵਾਂ ਤੇ ਡਾਇਰੈਕਟ ਫਾਈਟ ਹੈ ਕਾਂਗਰਸ ਔਰ ਬੀਜੇਪੀ ਦੀ। ਕੀ ਕੇਜਰੀਵਾਲ ਇਸ ਜਗ੍ਹਾ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਲੋਕ ਸਭਾ ਦੇ ਨਾਲ ਵਿਧਾਨ ਸਭਾਵਾਂ ਦੇ ਵਿੱਚ ਵੀ ਸਾਨੂੰ ਕੁਝ ਹਿੱਸਾ ਦੇ ਦਿਓ? ਮਤਲਬ ਇਸ ਗੱਠਜੋੜ ਨੂੰ ਜੇ ਇਹਨਾਂ 5 ਰਾਜਾਂ ਨਾਲ ਭਾਸਕਰ ਸਾਹਿਬ ਜੋੜ ਕੇ ਹੀ ਦੇਖਣਾ ਹੋਵੇ ਕਿ ਤੁਸੀਂ ਇੱਥੇ ਵੀ ਥੋੜਾ ਨੈਗੋਸੀਏਸ਼ਨ ਕਰਕੇ ਤੇ ਇੱਥੇ ਵੀ ਸੀਟ ਸ਼ੇਅਰਿੰਗ ਕਰ ਲਓ ਤਾਂ ਕਿ ਸਾਡੇ ਖਾਤੇ ਖੁੱਲ ਜਾਣ ਉਹਨਾਂ ਜਗ੍ਹਾ ਤੇ, ਜਿੱਦਾਂ ਉੱਥੋਂ ਇਹ ਪ੍ਰਤੀਸ਼ਤਤਾ ਗੁਜਰਾਤ ਚੋਂ ਲੈ ਕੇ ਤੇ ਪਾਰਟੀ ਬਣ ਕੇ ਨੈਸ਼ਨਲ ਪੱਧਰ ਦੀ। ਖੈਰ ਇਹ ਵੀ ਇੱਕ ਉਹਨਾਂ ਦੇ ਦਿਮਾਗ 'ਚ ਹੋਊਗਾ ਕਿ ਇੰਨਾ ਨੌਕ ਕਰ ਦਿਓ, ਕਹਿਣ ਯਾਰ ਇਹਨਾਂ ਨੂੰ 5-7-10 ਸੀਟਾਂ ਜਿੰਨੀਆਂ ਦੇਣੀਆਂ ਦੇ ਕੇ, ਲੇਕਿਨ ਇਹਦੇ ਨਾਲ ਇਹਨਾਂ ਦਾ ਖਾਤਾ ਖੁੱਲ ਜੂ। ਇਹ ਖਾਤਾ ਖੁੱਲਿਆ ਫਿਰ ਕਿਸੇ ਵੇਲੇ ਨੁਕਸਾਨ ਵੀ ਕਰ ਸਕਦਾ ਹੁੰਦਾ ਜੇ ਸੀਟਾਂ ਘੱਟ ਆ ਜਾਣ। ਤਾਂ ਕੀ ਕਹਿੰਦੇ ਹੋ? ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਇਹ ਭਾਵੇਂ 28 ਪਾਰਟੀਆਂ ਦਾ ਗਠਬੰਧਨ ਹੈਗਾ, ਸਾਰੀ ਪਾਰਟੀਆਂ ਦੇ ਆਪਣੇ ਆਪਣੇ ਪੋਲੀਟੀਕਲ ਇੰਟਰਸਟ ਨੇ, ਇਹਨੂੰ ਆਪਾਂ ਭੁੱਲ ਨਹੀਂ ਸਕਦੇ। ਔਰ ਜਿਹੜੀ ਛੋਟੀ ਪਾਰਟੀ ਹੁੰਦੀ ਹੈ ਉਹਦੇ ਇੰਟਰਸਟ ਵੱਡੇ ਹੁੰਦੇ ਨੇ, ਔਰ ਜਿਹੜੀ ਵੱਡੀ ਪਾਰਟੀ ਹੁੰਦੀ ਹੈ ਉਹਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਸਾਨੂੰ ਸੈਕਰੀਫਾਈਸ ਕਰਨਾ ਪੈਂਦਾ ਹੈ। ਨੈਸ਼ਨਲ ਲੈਵਲ ਦੇ ਉੱਤੇ ਜੇ ਤੁਸੀਂ ਇਸ ਅਲਾਈਅੰਸ ਇੰਡੀਆ ਬਲਾਕ ਨੂੰ ਦੇਖੋ ਤੇ ਕਾਂਗਰਸ ਫਿਲਹਾਲ 55-54 ਸੀਟਾਂ ਤੇ ਹੈਗੀ ਹੈ, ਔਰ ਇਹ ਆਪਣੇ ਦਮ ਤੇ ਅਗਰ ਇਲੈਕਸ਼ਨ ਲੜਦੀ ਹੈ ਤੇ ਕਾਂਗਰਸ ਨੂੰ ਵੀ ਪਤਾ ਹੈ ਕਿ ਚਲੋ ਬਹੁਤ ਵਧੀਆ ਪਰਫਾਰਮੈਂਸ ਕਰ ਲਈ ਤੇ 100-125 ਤੱਕ ਪਹੁੰਚ ਜਾਏਗੀ, ਤੇ 100-125 ਤੋਂ ਬਾਅਦ ਲੋੜ ਪੈਣੀ ਹੈ ਉਹਨਾਂ ਇੰਡੀਆ ਦੀ ਪੋਲੀਟੀਕਲ ਅਲਾਈਅੰਸ ਪਾਰਟੀਆਂ ਦੀ। ਤੇ ਇਹ ਅਲਾਈਅੰਸ ਕਿੱਦਾਂ ਲੈਣਾ? ਦੂਜੀ ਗੱਲ, ਕਾਂਗਰਸ ਨੇ 2019 ਦੇ ਵਿੱਚ ਵੀ ਦੇਖ ਲਿਆ, 2014 ਦੇ ਵਿੱਚ ਵੀ ਦੇਖ ਲਿਆ, ਉਸ ਤੋਂ ਪਹਿਲੇ ਵੀ ਕਾਂਗਰਸ ਨੇ ਜਦ ਵੀ ਸਰਕਾਰ ਬਣਾਈ ਉਹ ਅਲਾਈਅੰਸ ਦੀ ਸਰਕਾਰ ਬਣਾਈ, ਖਾਸ ਕਰਕੇ 1990 ਤੋਂ ਬਾਅਦ। 1992 ਤੋਂ ਬਾਅਦ ਕੋਈ ਵੀ ਕਾਂਗਰਸ ਦੀ ਆਪਣੇ ਬਲਬੂਤੇ ਤੇ ਸਰਕਾਰ ਨਹੀਂ ਆਈ। ਕਾਂਗਰਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜੇ ਸਰਕਾਰ ਵਾਕਈ ਬਣਾਣੀ ਹੈ ਤੇ ਇਹ ਗਠਬੰਧਨ ਦੀ ਸਰਕਾਰ ਬਣਨੀ ਹੈ, ਔਰ ਇਸ ਗਠਬੰਧਨ ਦੇ ਵਿੱਚ ਸੈਕਰੀਫਾਈਸ ਵੀ ਕਾਂਗਰਸ ਨੂੰ ਹੀ ਕਰਨਾ ਪੈਣਾ ਹੈ, ਔਰ ਕਾਂਗਰਸ ਉਸ ਸੈਕਰੀਫਾਈਸ ਵਾਸਤੇ ਤਿਆਰ ਹੈ। ਹੁਣ ਗੱਲ ਇਹ ਨਹੀਂ ਹੈ ਕਿ ਆਮ ਆਦਮੀ ਪਾਰਟੀ ਉੱਥੇ ਮੱਧ ਪ੍ਰਦੇਸ਼ ਦੇ ਵਿੱਚ ਸੀਟਾਂ ਮੰਗਦੀ ਹੈ, ਰਾਜਸਥਾਨ ਦੇ ਵਿੱਚ ਮੰਗਦੀ ਹੈ ਤੇ ਅਸੀਂ ਇਹਨੂੰ ਕਿੱਦਾਂ ਇਹਦੇ ਨਾਲ ਅਲਾਈਅੰਸ ਕਰ ਲਈਏ। ਇਹ ਗੱਲ ਤੇ ਅੱਗੇ ਲੰਘ ਗਈ ਹੈ। ਹੁਣ ਕਾਂਗਰਸ ਦੀ ਮਜਬੂਰੀ ਬਣ ਗਈ ਹੈ ਕਿ ਇਸ ਅਲਾਈਅੰਸ ਨੂੰ ਸਿਰੇ ਚੜਾਉਣਾ। ਬਾਜਵਾ ਸਾਹਿਬ, ਰਾਜਾ ਵੜਿੰਗ, ਉਹਨਾਂ ਭਾਵੇਂ ਆਪਣੇ ਇੰਟਰਸਟ ਕਰਕੇ, ਸੂਬੇ ਦੇ ਇੰਟਰਸਟ ਕਰਕੇ ਕੁਝ ਵੀ ਕਹਿੰਦੇ ਰਹਿਣ, ਹੁਣ ਵੱਡਾ ਇੰਟਰਸਟ ਹੈਗਾ ਕਾਂਗਰਸ ਦਾ। ਕਿਸੇ ਵੀ ਵਜ੍ਹਾ ਨਾਲ ਇਹ ਗੱਲਾਂ ਸਿਰੇ ਤੱਕ ਨਹੀਂ ਪਹੁੰਚਦੀ ਤੇ ਕਾਂਗਰਸ ਨੂੰ ਹੀ ਰਿਸਪੌਂਸਿਬਲ ਠਹਿਰਾਇਆ ਜਾਏਗਾ। ਇਹ ਕਾਂਗਰਸ ਹਾਈਕਮਾਨ ਗੱਲ ਜਾਣਦੀ। ਤੁਸੀਂ ਬਿਲਕੁਲ ਸਟੀਕ ਗੱਲ ਕੀਤੀ ਹੈ, ਪਰ ਭਾਸਕਰ ਸਾਹਿਬ ਜਦੋਂ ਨੈਕ ਟੂ ਨੈਕ ਫਾਈਟ ਹੁੰਦੀ ਹੈ ਨਾ, ਤੇ ਜੇ ਕੋਈ ਛੋਟਾ ਪਾਰਟਨਰ ਨਾਲ ਰਲਾ ਲਿਆ ਜਾਵੇ ਤੇ ਉਧਰਲੇ ਬੰਨੇ ਸਰਕਾਰ 19-21 ਦੇ ਫਰਕ 'ਚ ਹੋਵੇ। ਅੱਜ ਕੱਲ ਯਕੀਨ ਕਿਸੇ ਤੇ ਨਹੀਂ ਕੀਤਾ ਜਾਂਦਾ। ਕੇਜਰੀਵਾਲ ਸਾਹਿਬ ਤੇ ਕਿੰਨਾ ਯਕੀਨ ਕਰ ਸਕਦੀ ਹੈ ਕਾਂਗਰਸ? ਕਿਹੜੀ ਕੋਈ 100 ਸੰਗੰਧ ਹੁੰਦੀ ਹੈ? ਕਿਹੜਾ ਇੱਥੇ ਐਂਟੀ ਡਿਫੈਕਸ਼ਨ ਹੋਣਾ ਲਾਗੂ? ਕਿਉਂਕਿ ਅਗਲੇ ਆਪਣੀ ਪਾਰਟੀ ਹੈ, 10 ਬੰਦੇ ਲੈ ਕੇ ਦੂਜੇ ਪਾਸੇ ਚਲੇ ਗਏ, ਇਹਨਾਂ ਦੀ ਫੱਟੀ ਮਿਸ ਗਈ। ਚਲੋ ਇਹ ਨਹੀਂ ਹੋ, ਆਪਾਂ ਕਿਉਂ ਕਿਸੇ ਤੇ ਸ਼ੱਕ ਕਰਨਾ। ਬਾਕੀ ਰੰਧਾਵਾ ਜੀ, ਇਹ ਅਲਾਈਅੰਸ ਦੋਸਤੀ ਪੱਖੋਂ ਨਹੀਂ ਹੋ ਰਿਹਾ। ਇਹ ਅਲਾਈਅੰਸ ਦਾ ਮੇਨ ਪ੍ਰਿੰਸੀਪਲ ਹੀ ਹੈ ਦੁਸ਼ਮਣ ਦਾ ਦੁਸ਼ਮਣ ਦੋਸਤ। ਯਾਨੀ ਆ ਜਿਹੜਾ ਸਿਸਟਮ ਹੈਗਾ ਉਹਦੇ ਬੇਸ ਤੇ ਅਲਾਈਅੰਸ ਹੋ ਰਿਹਾ। ਇਹਦੇ ਵਿੱਚ ਹਜੇ ਦੋਸਤੀ ਭਾਲਣੀ ਉਹ ਬੜੀ ਦੂਰ ਦੀ ਗੱਲ ਹੈਗੀ ਹੈ। ਫਿਲਹਾਲ ਤੇ ਜੋ ਦੁਸ਼ਮਣ ਦਾ ਦੁਸ਼ਮਣ ਹੈਗਾ ਉਹਨੂੰ ਕਿਸੇ ਨਾਲ ਆਪਾਂ ਨਾਲ ਜੋੜੀਏ, ਇਸ ਸਟ੍ਰੈਟਜੀ ਦੇ ਉੱਤੇ ਹੀ ਇਹ ਇੰਡੀਆ ਅਲਾਈਅੰਸ ਚੱਲ ਰਿਹਾ। ਪਰ ਸਿਆਸਤ ਵਿੱਚ ਪੱਕੀ ਲੀਕ ਨਹੀਂ ਨਾ ਕੋਈ ਵੱਜਦੀ ਕਿ ਮੇਰਾ ਪੱਕਾ ਦੁਸ਼ਮਣ ਤੇ ਆ ਮੇਰਾ ਪੱਕਾ ਦੋਸਤ। ਮਿੰਟ ਵਿੱਚ ਤਾਂ ਹਾਲਾਤ ਬਦਲ ਜਾਂਦੇ, ਹਰ ਕੋਈ ਵਾਰਾ ਖਾਂਦੀ ਰਾਜਨੀਤੀ ਕਰਦਾ। ਕਿਉਂਕਿ
ਰਾਜਨੀਤਿਕ ਉਮਰ ਬੜੀ ਥੋੜੀ ਹੁੰਦੀ ਹੈ। ਅਗਲੇ ਕਹਿੰਦੇ ਯਾਰ ਅੱਜ ਸੰਭੋ ਕੱਲ ਫਿਰ ਦੇਖ ਲਾਂਗੇ। ਇੰਦਰਪ੍ਰੀਤ ਜੀ ਅੱਗੇ ਚੱਲੀਏ। ਮਹਿਲਾ ਰਿਜ਼ਰਵੇਸ਼ਨ ਤੇ ਮਾਮਲਾ ਬੜਾ ਖੂਬਸੂਰਤੀ ਨਾਲ ਭਖ ਗਿਆ। ਇਹ CWC ਦੀ ਮੀਟਿੰਗ ਚ ਅਗਲਿਆਂ ਨੇ ਪਹਿਲਾਂ ਹੀ ਖੈਰ ਮਕਦਮ ਕਰਤਾ ਵੀ ਅਸੀਂ ਤਾਂ ਪਹਿਲਾਂ ਵੀ ਅਸੀਂ ਲੈ ਕੇ ਆਏ ਸੀ, ਤੇ ਨਾਲ ਹੀ ਹੁਣ ਖੜਗੇ ਸਾਹਿਬ ਵੀ ਕਹਿ ਰਹੇ ਨੇ ਕਿ ਲਿਆਉਣਾ ਹੈ ਤਾਂ ਘੁੰਡ ਕੱਢ ਕੇ ਕਿਉਂ ਨੱਚਦੇ ਹੋ, ਜੇ ਲਿਆਉਣਾ ਤਾਂ ਲਿਆਓ, ਲੁਕਾ ਕੇ ਕਿਉਂ ਲਿਆਉਂਦੇ ਹੋ? ਜੇ ਤੁਸੀਂ ਮੰਤਰੀ ਮੰਡਲ ਚ ਗੱਲ ਕਰ ਹੀ ਲਈ ਆ ਤਾਂ ਮੁਸ਼ਕਲ ਕੀ ਆ? ਸੋ ਇਸ ਵੇਲੇ ਇਸ ਤਰ੍ਹਾਂ ਦੇ ਵੀ ਹਾਲਾਤ ਬਣੇ ਆ ਕਿ ਹਰ ਕੋਈ ਕ੍ਰੈਡਿਟ ਲੈਣਾ ਚਾਹ ਰਿਹਾ। ਬੀਬੀਆਂ ਦੇ ਮਾਮਲੇ 'ਚ ਵੋਟ ਕਿਹਨੂੰ ਮਿਲ ਜੂਗੀ ਜਾਂ ਮਿਲੂ, ਬੀਬੀਆਂ ਨੂੰ ਇਹਦੇ ਨਾਲ ਕੋਈ ਲੈਣ ਦੇਣ ਵੀ ਹੈ ਕਿ ਨਹੀਂ? ਮੈਨੂੰ ਤਾਂ ਕਦੇ ਕਦੇ ਸ਼ੱਕ ਪੈਂਦਾ ਹੁੰਦਾ ਕਿ ਜਿਸ ਬੰਦੇ ਦੀ ਸੀਟ ਕੱਟੀ ਜਾਣੀ ਆ, ਜਿਹਦੀ ਟਿਕਟ ਕੱਟੀ ਜਾਣੀ ਆ, ਇਸ ਕਰਕੇ ਕਿ ਇੱਥੇ ਰਾਖਵਾਂ ਕਰਨ ਹੋ ਗਿਆ ਔਰਤ ਦਾ, ਉਹਦੀ ਘਰ ਵਾਲੀ ਆਉਣੀ ਆ, ਉਹਦਾ ਪਰਿਵਾਰ ਦਾ ਕੋਈ ਜੀ ਆਉਣਾ। ਜੇ ਛੋਟੀ ਉਮਰ ਦਾ ਹੋਊ ਤੇ ਉਹਦੀ ਮਾਂ ਆ ਜਾਣੀ ਆ। ਤੇ ਬਾਹਰਲਿਆਂ ਨੂੰ ਤਾਂ ਇਹ ਪਤਾ ਹੀ ਹੈ ਵੀ ਸਾਡੀ ਕਿੱਥੇ ਵੱਟੀ ਜਾਣੀ। ਕੀ ਕਹਿੰਦੇ? ਬਿਲਕੁਲ ਰੰਧਾਵਾ ਸਾਹਿਬ, ਇਹ 'ਚ ਕੋਈ ਸ਼ੱਕ ਨਹੀਂ। ਹਰ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਸਮਾਜ ਦਾ 50 ਅੱਧਾ ਅੰਗ ਹੈ ਜਿਹਨੂੰ ਆਪਾਂ ਕਹਿੰਦੇ ਆ, ਉਹ 50% ਦੀ ਵੋਟ ਨੂੰ ਕੈਪਚਰ ਕਰਨ ਦੀ ਬੀਜੇਪੀ ਦੀ ਇੱਕ ਉਹ ਰਹਿੰਦੀ ਹੀ ਹੈ। ਪਿਛਲੀ ਵਾਰ ਉਹਨਾਂ ਨੇ ਬਹੁਤ ਵੱਡੀ ਸੇਂਧ ਮਾਰੀ ਸੀ, ਤੁਹਾਨੂੰ ਯਾਦ ਹੋਊਗਾ, 3 ਤਲਾਕ ਦਾ ਇਸ਼ੂ ਲਿਆ ਕੇ ਕਿ ਮੁਸਲਿਮ ਤਾਂ ਸਾਡੇ ਨੂੰ ਵੋਟ ਪਾਉਂਦੇ ਨਹੀਂ ਹੈ, ਤਾਂ ਘੱਟੋ ਘੱਟ ਉਹਨਾਂ 'ਚ ਇੱਕ ਇਹੋ ਜਿਹਾ ਸੇਂਧ ਮਾਰ ਦੋ ਕਿ ਉਹਦਾ ਕੁਛ ਹਿੱਸਾ ਤਾਂ ਸਾਨੂੰ ਆਈ ਜਾਏ। ਤੇ ਉਦੋਂ 3 ਤਲਾਕ ਵਾਲਾ ਇਸ਼ੂ ਉਹ ਲੈ ਕੇ ਆਏ ਸੀ, ਜਦੋਂ ਬਿੱਲ ਪਾਸ ਵੀ ਕਰਵਾਇਆ ਸੀਗਾ। ਸੋ ਇਸ ਵਾਰੀ ਹੁਣ ਵੂਮਨ ਰਿਜ਼ਰਵੇਸ਼ਨ ਦੀ ਗੱਲ ਆ ਗਈ ਹੈ। ਵੂਮਨ ਰਿਜ਼ਰਵੇਸ਼ਨ ਆਲਰੇਡੀ ਕਾਂਗਰਸ ਵੱਲੋਂ ਲਿਆਤਾ ਜਾ ਚੁੱਕਿਆ ਤੇ ਰਾਜ ਸਭਾ ਦੇ ਵਿੱਚ ਪਾਸ ਹੋ ਚੁੱਕਿਆ। ਹੁਣ ਵੀ ਜਿਹੜੀ CWC ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਪ੍ਰਸਤਾਵ ਉਹਨਾਂ ਨੇ ਪਾਸ ਕੀਤਾ ਹੈ ਕਿ ਇਹ ਬਿੱਲ ਲੈ ਕੇ ਆਓ। ਹਾਲਾਂਕਿ ਇਸ ਦੇ ਵਿੱਚ ਜਿਹੜੀਆਂ 2 ਪਾਰਟੀਆਂ ਨੇ, ਲਾਲੂ ਪ੍ਰਸਾਦ ਯਾਦਵ ਵਾਲੀ ਔਰ ਸਪਾ, ਇਹ ਦੋਨੋਂ ਸਮਾਜਵਾਦੀ ਪਾਰਟੀ, ਇਹ ਦੋਨੋਂ ਹੀ ਪਾਰਟੀਆਂ ਉਦੋਂ ਵੀ ਵਿਰੋਧ ਕਰ ਰਹੀਆਂ ਸੀ ਤੇ ਹੁਣ ਵੀ ਵਿਰੋਧ 'ਚ ਹੀ ਹੈ। ਔਰ ਦੋਨੋਂ ਹੀ ਪਾਰਟੀਆਂ ਕਾਂਗਰਸ ਦੇ ਵਾਲੇ ਗੱਠਜੋੜ ਦੇ ਵਿੱਚ ਨੇ, ਬੀਜੇਪੀ ਵਾਲੇ ਗੱਠਜੋੜ 'ਚ ਨਹੀਂ ਹੈ। ਇਸ ਮਾਮਲੇ ਨੂੰ ਘੱਟੋ ਘੱਟ ਲੈ ਕੇ, ਵੂਮਨ ਰਿਜ਼ਰਵੇਸ਼ਨ ਵਾਲੇ ਬਿੱਲ ਨੂੰ ਲੈ ਕੇ ਘੱਟੋ ਘੱਟ ਇੱਕ ਬਿੱਲ ਤਾਂ ਘੱਟੋ ਘੱਟ ਇਹ ਜਿਹਾ ਆਪਾਂ ਕਹਿ ਸਕਦੇ ਹਾਂ ਹੈਗਾ ਜਿਸ ਦੇ ਉੱਤੇ ਬੀਜੇਪੀ ਤੇ ਕਾਂਗਰਸ ਦੋਨੋਂ ਹੀ ਰਾਜੀ ਨੇ ਤੇ ਦੋਨੋਂ ਹੀ ਇਹਨੂੰ ਲਿਆਉਣਾ ਚਾਹੁੰਦੇ ਆ। ਸੋ ਇਹ ਬਿੱਲ ਇੱਕ ਤਾਂ ਪਾਸ ਹੋ ਹੀ ਜਾਣਾ। ਚਲੋ ਮਤਲਬ ਜੇ ਤੈਅ ਕਰ ਲਿਆ ਸਰਕਾਰ ਨੇ ਕਿ ਅਸੀਂ ਲੈ ਕੇ ਆਣਾ ਤਾਂ ਸੰਖਿਆ ਬਲ ਉਹਨਾਂ ਦੇ ਵਿੱਚ ਕੋਈ ਹਰਡਲ ਨਹੀਂ ਹੈ। ਉਸ ਤੋਂ ਬਾਅਦ ਤਾਂ ਇਹਨੂੰ ਲਾਗੂ ਕਰਨ ਦੇ ਉੱਤੇ ਹੈ ਕਿ ਲਾਗੂ 2024 ਚ ਕੀਤਾ ਜਾਏਗਾ ਕਿ ਨਹੀਂ ਕੀਤਾ ਜਾਏਗਾ। ਇੱਕ ਤਾਂ ਤੁਹਾਡਾ ਸਵਾਲ ਇਹ ਰਹੇਗਾ। ਤੇ ਜੇ ਔਰ ਪਹਿਲਾਂ ਉਹਦੀ ਕਿਹੜੀਆਂ ਸੀਟਾਂ ਇਹੋ ਜਿਹੀਆਂ ਆਉਣਗੀਆਂ, ਕਿਉਂਕਿ ਜਿੱਥੇ ਤਾਂ SC ਪੋਪੂਲੇਸ਼ਨ ਜ਼ਿਆਦਾ ਹੈ ਅਸੀਂ ਫਟਾਫਟ ਇਹ ਚੁਣ ਲੈਂਦੇ ਹਾਂ ਵੀ ਇਸ ਖਿੱਤੇ ਦੀ ਜਿਹੜੀ ਸੀਟ ਹੈ ਉਹ SCਆਂ ਨੂੰ ਪਹਿਲਾਂ ਮਿਲੇਗੀ। ਲੇਕਿਨ ਵੂਮਨਸ ਦੇ ਵਿੱਚ ਇਦਾਂ ਕਿਵੇਂ ਤੈਅ ਹੋਏਗਾ? ਕਿਉਂਕਿ ਵੂਮਨਸ ਤਾਂ ਆਲਮੋਸਟ ਜਿਹੜਾ ਹੈਗਾ ਉਹ ਸਾਰੇ ਕਿਤੇ ਇੱਕੋ ਜਿਹੇ ਹੀ ਨੇ। ਕਿਤੇ ਐ ਤਾਂ 19-21 ਦਾ ਤਾਂ ਫਰਕ ਹੋ ਸਕਦਾ ਹੈ, ਲੇਕਿਨ ਐ ਤਾਂ ਕਿਤੇ ਨਹੀਂ ਹੋਊਗਾ ਕਿ 15 ਤੋਂ ਲੈ ਕੇ 25 ਦਾ ਕੋਈ ਫਰਕ ਆ ਗਿਆ। ਇਸ ਤਰ੍ਹਾਂ ਦਾ ਤਾਂ ਕਿਤੇ ਨਹੀਂ ਹੈ। ਸੋ ਇਹ ਥੋੜਾ ਜਿਹਾ ਦਿੱਕਤ ਆਏਗੀ, ਪਰ ਖੈਰ ਇਹ ਚੰਗੀ ਚੀਜ਼ ਹੈ। ਮੈਨੂੰ ਲੱਗਦਾ ਕਿ ਇਹ ਚੰਗੀ ਚੀਜ਼ ਹੈ। ਮਹਿਲਾਵਾਂ ਤੋਂ ਆਸ ਤਾਂ ਤੁਸੀਂ ਕਰ ਸਕਦੇ ਹੋ ਬੈਟਰ ਉਹਦੀ। ਮੈਂ ਇੱਕ ਵਾਰੀ ਤੁਹਾਨੂੰ ਇੱਕ ਛੋਟਾ ਜਿਹਾ ਇੰਸਟੈਂਸ ਸੁਣਾਉਣਾ ਚਾਹੁੰਦਾ ਕਿ ਜਦੋਂ 96 ਦੇ ਵਿੱਚ SC ਵੂਮਨਸ ਦਾ ਇੱਕ ਲੈ ਕੇ ਲਿਆਤਾ ਸੀਗਾ ਨਾ ਇਹਦੇ ਵਿੱਚ ਪੰਚਾਇਤਾਂ ਦੇ ਵਿੱਚ, ਉਦੋਂ ਬਹੁਤ ਮੁਸ਼ਕਿਲ ਆਈ ਸੀ। ਜਿਹੜੀ ਤੁਸੀਂ ਪਹਿਲਾਂ ਮੁਸ਼ਕਿਲ ਕਹਿ ਰਹੇ ਹੋ ਨਾ ਕਿ ਇੰਨੀ ਵੂਮਨਸ ਲੀਡਰ ਸਾਡੇ ਕੋਲ ਹੈ ਕਿੱਥੇ, ਤਾਂ ਇਹੀ ਸੀ ਵੀ ਜਿਹੜੇ ਘਰ ਦੇ ਵਿੱਚ ਕੂੜਾ ਕਰਕਟ ਕਰਦੀਆਂ ਨੇ ਉਹਨਾਂ ਲੇਡੀਜ਼ ਨੂੰ ਹੀ ਜਿਹੜਾ ਹੈਗਾ ਆਪਾਂ ਖੜਾ ਦਿੰਦੇ। ਨਾਲੇ ਤਾਂ ਸਰਪੰਚੀ ਵੀ ਸਾਡੇ ਕੋਲ ਹੀ ਰਹੂਗੀ ਤੇ ਨਾਲੇ ਮਹਿਲਾ ਸਰਪੰਚ ਵੀ ਆ ਗਿਆ। ਤੇ ਉਦੋਂ ਮੈਨੂੰ ਯਾਦ ਹੈ ਇੱਕ ਮਹਿਲਾ ਸਰਪੰਚ ਨੇ ਜਿਹੜੀ ਕਿਸੇ ਦੇ ਘਰੇ ਇਹੀ ਕੂੜਾ ਕਰਕਟ ਦਾ ਕੰਮ ਕਰਦੀ ਸੀ ਤੇ ਉਹਨੇ ਸਰਪੰਚੀ 6 ਜਾਂ 8 ਮਹੀਨੇ ਬਾਅਦ ਹੀ ਉਹ ਜਿਹੜਾ ਸਰਟੀਫਿਕੇਟ ਹੁੰਦਾ ਉਹ ਚੱਕ ਕੇ APO ਸਾਡੇ ਸਾਧੂ ਰਾਮ ਕੁਸ਼ਲਾ ਹੈਗੇ ਸੀ ਉੱਤੇ ਬਠਿੰਡੇ, ਮੈਨੂੰ ਯਾਦ ਹੈ, ਉਹਨਾਂ ਦੇ ਮੇਜ਼ ਤੇ ਸਿੱਟਤਾ ਸੀਗਾ ਵੀ ਆਹ ਚੱਕੋ ਸਰਪੰਚੀ ਮੈਂ ਨਹੀਂ ਕਰਨੀ ਹੈਗੀ। ਕਿਉਂਕਿ ਕਹਿੰਦੀ ਮੈਨੂੰ ਤਾਂ ਇੱਕ ਤਾਂ ਜਿਹੜੇ ਮੈਂ ਇਹਨਾਂ ਦੇ ਘਰ ਕੰਮ ਕਰਦੀ ਸੀ ਉਸ ਤੋਂ ਹਟਾਤਾ ਵੀ ਹੁਣ ਤਾਂ ਤੁਸੀਂ ਸਰਪੰਚ ਬਣ ਗਏ ਜੀ। ਤੇ ਹੁਣ ਜਿਹੜਾ ਪਹਿਲੇ 10,000 ਰੁਪਏ ਮੈਨੂੰ ਸਾਲ ਦਾ ਮਿਲਦਾ ਸੀ ਉਹ ਵੀ ਬੰਦ ਹੋ ਗਿਆ। ਤੇ ਹਰ ਬੰਦਾ ਮੈਨੂੰ ਕਹਿੰਦੇ ਥਾਣੇ 'ਚ ਲੈ ਜਾਂਦਾ, ਕਦੀ DC ਦਫ਼ਤਰ ਲੈ ਜਾਂਦਾ, ਕਦੀ ਕਿਤੇ ਲੈ ਜਾਂਦਾ, ਤੇ ਬਾਅਦ 'ਚ ਮੈਨੂੰ ਬੱਸ ਚੜਾ ਦਿੰਦੇ ਜਦੋਂ ਕੰਮ ਹੋ ਜਾਂਦਾ। ਤੇ ਮੈਂ ਕਿਰਾਇਆ ਭਾੜਾ ਖਰਚ ਕਰਦੀ ਆ ਜਾਂਦੀ ਹਾਂ। ਮੇਰੇ ਤੇ ਤਾਂ 12,000 ਰੁਪਏ ਦਾ 6 ਮਹੀਨਿਆਂ 'ਚ ਕਰਜ਼ਾ ਚੜ ਗਿਆ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕਈ ਵਾਰੀ ਹਰਡਲਸ ਹੁੰਦੀਆਂ ਨੇ ਜਦੋਂ ਅਸੀਂ ਥੱਲੇ ਵਾਲੀ ਸਿਸਟਮ ਨਹੀਂ ਦੇਖਦੇ। ਪਰ ਮੈਨੂੰ ਲੱਗਦਾ ਵੀ ਇੱਕ ਵਾਰੀ ਇਹ ਕਦਮ ਪੱਟਣਾ ਵੀ ਜ਼ਰੂਰੀ ਹੁੰਦਾ ਹੈ। ਅੱਜ ਤੁਸੀਂ ਦੇਖੋ ਬਹੁਤ ਸਾਰੀਆਂ ਤੁਹਾਨੂੰ ਲੇਡੀ ਸਰਪੰਚ ਇਹੋ ਜਿਹੀਆਂ ਮਿਲਣਗੀਆਂ ਜਿਨ੍ਹਾਂ ਨੇ ਜਿਹੜੇ ਜਿੱਥੇ ਮੇਲ
ਸਰਪੰਚ ਹੈ ਉਹਨਾਂ ਦੇ ਮੁਕਾਬਲੇ ਕਿਤੇ ਬੈਟਰ ਕੰਮ ਕੀਤੇ ਹੈ। ਸੋ ਸਾਨੂੰ ਇਹ ਇੱਕ ਮੈਨੂੰ ਲੱਗਦਾ ਕਿ ਇੱਕ ਰਾਹ ਤਾਂ ਘੱਟੋ ਘੱਟ ਦੇਣਾ ਹੀ ਚਾਹੀਦਾ ਹੈ। ਦੇਖੋ ਬਹੁਤ ਸਾਰੀਆਂ ਚੀਜ਼ਾਂ ਫਿਰ ਖੁੱਲ ਜਾਂਦੀਆਂ ਨੇ, ਉਹ ਤੁਹਾਡੀ ਗੱਲ ਠੀਕ ਹੈ। ਅੱਜ ਵੀ ਅਸੀਂ ਉਸ ਸਿਸਟਮ ਨੂੰ ਚੇਂਜ ਨਹੀਂ ਕਰ ਪਾਏ। ਬਹੁਤ ਇਸ ਤੇ ਬਹਿਸ ਚੱਲਦੀ ਰਹਿੰਦੀ ਹੈ ਵੀ ਜਿੱਥੇ ਸਰਪੰਚ ਕੋਈ ਲੇਡੀ ਹੈ ਜਾਂ ਤਾਂ ਉਹਦਾ ਘਰ ਵਾਲਾ ਸਰਪੰਚੀ ਕਰ ਰਿਹਾ, ਜਾਂ ਉਹਦਾ ਬੇਟਾ ਕਰ ਰਿਹਾ, ਜਾਂ ਉਹਦਾ ਪਤੀ ਕਰ ਰਿਹਾ, ਮਤਲਬ ਮੁੰਡਾ ਕਰ ਰਿਹਾ, ਭਰਾ ਕਰ ਰਿਹਾ, ਇਹ ਹੀ ਨੇ। ਮਤਲਬ ਖੁਦ ਉਹ ਵਿਚਾਰੇ ਬਹੁਤ ਘੱਟ ਸਰਪੰਚੀਆਂ ਕਰਦੇ ਨੇ। ਇਹ ਮਾਮਲੇ ਹਜੇ ਹੈਗੇ ਨੇ, ਪਰ ਫਿਲਹਾਲ ਹਜੇ ਤਾਂ ਇਹ ਲੋੜ ਹੈ ਕਿ ਇਹਨਾਂ ਲੋਕਾਂ ਨੂੰ ਅੱਗੇ ਲੈ ਕੇ ਆ ਜਾਏ, ਲੇਡੀਜ਼ ਨੂੰ ਅੱਗੇ ਲਿਆਇਆ ਜਾਏ। ਫਿਰ ਲੀਡਰਸ਼ਿਪ ਬਣੇਗੀ ਇਹਨਾਂ ਦੀ, ਜਦੋਂ ਅੱਗੇ ਆਣਗੇ ਤਾਂ ਫਿਰ ਲੀਡਰਸ਼ਿਪ ਵੀ ਪੈਦਾ ਹੋਏਗੀ, ਤਾਂ ਫਿਰ ਹੌਲੀ ਹੌਲੀ ਸੈੱਟ ਵੀ ਹੋਏਗਾ ਕੰਮ। ਭਾਸਕਰ ਸਾਹਿਬ, ਜਿਹੜੀ ਗੱਲ ਇੰਦਰਪ੍ਰੀਤ ਜੀ ਨੇ ਕੀਤੀ ਹੈ ਕਿ ਇਹ ਰਿਜ਼ਰਵੇਸ਼ਨ ਜਿਵੇਂ ਸ਼ਡਿਊਲ ਕਾਸਟ ਵਗੈਰਾ ਦੀ ਕਿਵੇਂ ਹੋਏਗੀ, ਮੈਨੂੰ ਲੱਗਦਾ ਉਹ ਤਾਂ ਇੱਕ ਤੈਅ ਰੇਸ਼ੋ ਅਨੁਸਾਰ ਹੀ ਹੋਏਗੀ। ਜਿਹੜੀਆਂ ਸੀਟਾਂ ਆਲਰੇਡੀ, ਜੇ ਜਲਦੀ ਕਰਨਾ ਹੋਵੇ ਤਾਂ ਜਿਹੜੀਆਂ ਰਿਜ਼ਰਵ ਨੇ, ਜਿਹੜੀਆਂ ਆਲਰੇਡੀ ਪਹਿਲਾਂ ਤੋਂ ਹੀ ਰਾਖਵੇਂਕਰਨ ਦੇ ਅਧੀਨ ਆ ਰਹੀਆਂ, ਉਹਦੇ ਵਿੱਚ ਔਰਤਾਂ ਦੀ ਪ੍ਰਤੀਸ਼ਤਤਾ ਆ ਜਾਊਗੀ ਉਵੇਂ ਹੀ, ਔਰ ਜਿਹੜੀਆਂ ਜਨਰਲ ਦੀਆਂ ਨੇ ਉਹਦੇ ਵਿੱਚ ਵੀ ਆ ਜਾਊਗੀ। ਪਰ ਇਹ ਏਡੀ ਸੌਖੀ ਪ੍ਰਕਿਰਿਆ ਨਹੀਂ, ਔਰ ਇਹ ਤੁਰੰਤ ਪ੍ਰਭਾਵ ਨਾਲ ਲਾਗੂ ਨਹੀਂ ਹੋਣਾ। ਇਹ ਸਿਰਫ ਵੋਟਾਂ ਲਈਆਂ ਜਾਣਗੀਆਂ 29 ਤੱਕ, ਜਾਂ ਹੋ ਸਕਦਾ ਕਿ 27 ਤੋਂ ਬਾਅਦ ਅਸੈਂਬਲੀਆਂ ਦੇ ਵਿੱਚ, ਜਾਂ 26 ਤੋਂ ਬਾਅਦ ਅਸੈਂਬਲੀਆਂ ਦੇ ਵਿੱਚ ਸੰਭਵ ਹੋ ਜੇ, ਔਰ ਉਦੋਂ ਤੱਕ ਸ਼ਾਇਦ ਜਿਹੜੀ ਇੱਕ ਡੀਲਿਮਿਟੇਸ਼ਨ ਦੀ ਪ੍ਰਕਿਰਿਆ ਕੋਈ ਇਹ ਵੀ ਪੂਰੀ ਹੋਣ ਦੀ ਸੰਭਾਵਨਾ ਹੁੰਦੀ ਹੋਵੇ। ਮੈਂ ਤੁਹਾਡੇ ਇੱਕ ਟਿੱਪਣੀ ਚਾਹੂੰਗਾ। ਬਿਲਕੁਲ, ਇਹ ਭਾਵੇਂ 1996 ਤੋਂ ਵੂਮਨ ਰਿਜ਼ਰਵੇਸ਼ਨ ਦੀ ਗੱਲ ਚੱਲ ਰਹੀ ਹੈ, ਅੱਜ ਵੀ। ਹਾਲਾਂਕਿ ਕੱਲ ਦੀ ਕੈਬਨਿਟ ਮੀਟਿੰਗ ਦੇ ਵਿੱਚ ਯੂਨੀਅਨ ਮਿਨਿਸਟਰ ਆਫ ਸਟੇਟ ਪ੍ਰਹਲਾਦ ਪਟੇਲ ਉਹਨਾਂ ਨੇ ਇੱਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ, ਮੋਦੀ ਸਾਹਿਬ ਦਾ ਥੈਂਕਸ ਕਰਤਾ ਕਿ ਵਿਮਨ ਰਿਜ਼ਰਵੇਸ਼ਨ ਦੇ ਉੱਤੇ ਬਣਾ ਹੋ ਗਈ ਹੈ ਰਜਾਮੰਦੀ ਤੇ ਇਹ ਪੇਸ਼ ਹੋਏਗਾ। ਉਹ ਥੋੜੀ ਦੇਰ ਬਾਅਦ ਹੀ ਉਹ ਟਵੀਟ ਡਿਲੀਟ ਵੀ ਕਰਤਾ, ਉਹ ਡਿਲੀਟ ਕਰਾਇਆ ਗਿਆ ਹੋਏਗਾ। ਹਜੇ ਇਹ ਗੱਲ ਪੱਕੀ ਨਹੀਂ ਹੋਈ ਕਿ ਵਿਮਨ ਰਿਜ਼ਰਵੇਸ਼ਨ ਦੇ ਉੱਤੇ ਇਸ ਸੈਸ਼ਨ ਦੇ ਵਿੱਚ ਇਹ ਬਿੱਲ ਲਿਆਇਆ ਜਾਏਗਾ ਕਿ ਨਹੀਂ। ਬਹੁਤ ਸਾਰੇ ਕੰਮ ਕਰਨ ਦੇ ਆ। ਤੁਸੀਂ ਬਿਲਕੁਲ ਰੰਧਾਵਾ ਜੀ ਠੀਕ ਕਿਹਾ, ਭਾਵੇਂ ਇਸ ਬਿੱਲ ਨੂੰ ਲੋਕ ਸਭਾ ਦੇ ਵਿੱਚ ਲਿਆਉਣ ਦਾ ਫੈਸਲਾ ਕੀਤਾ ਵੀ ਜਾਂਦਾ ਤਾਂ ਵੀ ਇਹ 2019 ਤੋਂ 29 ਤੋਂ ਪਹਿਲੇ ਇਹ ਇੰਪਲੀਮੈਂਟ ਨਹੀਂ ਹੋ ਸਕਦਾ। ਕਾਰਨ ਕਿ 3 ਸਟੇਜਾਂ ਤੋਂ ਇਸ ਬਿੱਲ ਨੂੰ ਲੰਘਣਾ ਪੈਣਾ ਹੈ। ਪਹਿਲੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇਹ ਪਾਸ ਹੋਏਗਾ, ਭਾਵੇਂ ਇਹ 2010 ਦੇ ਵਿੱਚ ਰਾਜ ਸਭਾ ਦੇ ਵਿੱਚ ਪਾਸ ਹੋ ਗਿਆ ਸੀਗਾ, ਉਹ ਟਰਮ ਹੋ ਗਈ ਹੈ ਲੈਪਸ। ਉਸ ਟਾਈਮ ਹਾਲਾਤ ਦੂਜੇ ਸੀ, ਸਦੱਸਿਆ ਦੂਜੇ ਸੀਗੇ, ਤੇ ਦੁਬਾਰਾ ਇਹਨਾਂ ਨੂੰ ਰਾਜ ਸਭਾ ਦੇ ਵਿੱਚ ਵੀ ਪਾਸ ਕਰਾਉਣਾ ਪਏਗਾ। ਉਸ ਤੋਂ ਬਾਅਦ ਅਸੈਂਬਲੀਜ਼ ਦੇ ਵਿੱਚ ਵੀ ਇਸ ਬਿੱਲ ਨੂੰ ਇੱਕ ਤਰੀਕੇ ਨਾਲ ਪਾਸ ਕਰਾਉਣਾ ਪਏਗਾ, ਕਿਉਂਕਿ ਇਹ ਇੰਪਲੀਮੈਂਟੇਸ਼ਨ MLA ਵਾਸਤੇ ਵੀ ਹੋਏਗੀ। ਫਿਰ ਉਸ ਤੋਂ ਬਾਅਦ ਡੀਲਿਮਿਟੇਸ਼ਨ ਦੀ ਉਹ ਰਿਪੋਰਟ, ਔਰ ਜਿਹੜੀ ਸੀਟਾਂ ਰਿਜ਼ਰਵ ਜਾਂ ਵਿਮਨ ਵਾਸਤੇ ਰਿਜ਼ਰਵ ਘੋਸ਼ਿਤ ਕੀਤੀਆਂ ਜਾਣੀਆਂ ਉਹਦੇ ਉੱਤੇ ਵੀ ਪੋਲੀਟੀਕਲ ਰਫੜ ਪਏਗਾ, ਕਿਉਂਕਿ ਜਿੱਥੇ ਘਾਗ ਬੈਠੇ ਨੇ ਉਹ ਆਪਣੀ ਸੀਟ ਨੂੰ, ਉਸ ਸੀਟ ਨੂੰ ਰਿਜ਼ਰਵ ਕਰਨ ਵਾਸਤੇ ਰੋਕਣਗੇ। ਇਹ ਸਾਰੀ ਬਹੁਤ ਕੋਈ ਸੌਖਾ ਕੰਮ ਨਹੀਂ ਹੈਗਾ, ਬਹੁਤ ਟਾਈਮ ਲੱਗਣਾ ਹੈ। ਪਰ ਚਲੋ ਇਹ ਗੱਲ ਸ਼ੁਰੂ ਹੋਈ ਹੈ। ਪਰ ਇਹ ਜਿਹੜਾ 18 ਤੇ 22 ਦੀ ਸੈਸ਼ਨ ਦੇ ਵਿੱਚ ਕਿ ਵਿਮਨ ਰਿਜ਼ਰਵੇਸ਼ਨ ਵਾਸਤੇ ਇਹ ਸੈਸ਼ਨ ਬੁਲਾਇਆ ਗਿਆ ਸੀ, ਬਿਲਕੁਲ ਨਹੀਂ। ਇਹ ਗੱਲਾਂ ਤੇ ਕੱਲ ਪਰਸੋਂ ਤੇ ਉੱਠਣ ਆਈ ਹੈ। ਹਜੇ ਬਹੁਤ ਸਾਰੇ ਸਰਪ੍ਰਾਈਜ਼ਸ ਬਾਕੀ ਹੈ। ਜਦ ਨਵੀਂ ਸੰਸਦ ਦੇ ਵਿੱਚ ਅੱਜ ਜਾਣਗੇ ਹੈ, ਉਸ ਤੋਂ ਬਾਅਦ ਅੱਗੇ ਚੱਲ ਕੇ ਕੀ ਇਸ ਸੈਸ਼ਨ ਦੇ ਦੌਰਾਨ ਹੁੰਦਾ ਹੈ। ਤਕਰੀਬਨ ਹਰ ਦਿਨ ਹੋ ਸਕਦਾ ਹੈ ਕਿ ਕੋਈ ਨਵੀਂ ਖਬਰ ਔਰ ਧਮਾਕੇਦਾਰ ਖਬਰ ਦੇ ਰੂਪ ਵਿੱਚ ਸਾਹਮਣੇ ਆਏ, ਔਰ ਅੱਗੇ ਚੱਲ ਕੇ ਜਿਹੜੇ ਟੀਚੇ ਹੈਗੇ ਨੇ ਇਸ ਸੈਸ਼ਨ ਨੂੰ ਬੁਲਾਉਣ ਦੇ, ਉਹ ਬਾਅਦ ਚੋਂ ਸਾਹਮਣੇ ਆਉਣ। ਇੰਦਰਪ੍ਰੀਤ ਜੀ, ਅਗਲੀ ਖਬਰ ਵੀ ਪੰਜਾਬ ਲਈ ਬਹੁਤ ਅਹਿਮ ਆ ਕਿ ਹੁਣ ਤੱਕ ਸਾਡੇ ਰੂਰਲ ਡਿਵੈਲਪਮੈਂਟ ਫੰਡ ਦੇ ਪੈਸੇ ਨਹੀਂ ਮਿਲੇ ਸੀ। ਸੁਪਰੀਮ ਕੋਰਟ 'ਚ ਗਈ ਸੀ ਪਰ ਪੰਜਾਬ ਸਰਕਾਰ, ਉਹਦੀ ਸੁਣਵਾਈ ਹੈ 25 ਨੂੰ। ਪੰਜਾਬ ਸਰਕਾਰ ਦੇ ਅਫਸਰਾਂ ਨੇ ਤਿਆਰੀ ਕੀਤੀ ਹੈ, ਵਕੀਲਾਂ ਦੇ ਨਾਲ ਕਾਫੀ ਮੱਥਾ ਮਾਰਿਆ ਕਿਵੇਂ ਇਹਨੂੰ ਅੱਗੇ ਵਧਾਉਣਗੇ। ਸੁਣਵਾਈ ਪਹਿਲੇ ਦਿਨ ਲਿਸਟ ਹੋਣ ਤੋਂ ਬਾਅਦ ਕੀ ਪਹਿਲੇ ਦਿਨ ਕੋਈ ਇਹਦੇ ਤੇ ਫੈਸਲਾ ਆ ਜਾਂਦਾ, ਕੋਈ ਇੰਟਰਮ ਰਿਲੀਫ ਜਾਂ ਕੋਈ ਆਰਡਰ ਮਿਲਦਾ, ਜਾਂ ਇਹ ਅੱਗੇ ਅਜੇ ਨੋਟਿਸਾਂ ਦੀ ਕਾਰਵਾਈ ਹੈ, ਜਾਂ ਸੰਬੰਧਿਤ ਸਾਰੇ ਦੇ ਸਾਰੇ ਲੋਕ ਜਿਨ੍ਹਾਂ ਨੂੰ ਭਾਵੇਂ ਉਹ ਕੇਂਦਰੀ ਮੰਤਰਾਲਿਆਂ 'ਚ ਹੋਣ ਉਹਨਾਂ ਨੂੰ ਨੋਟਿਸ ਕੀਤੇ ਜਾਣਗੇ। ਇਹ ਸਵਾਲ ਆ। ਦੂਜਾ, ਜਿਹੜੀ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਹੈ ਅਮਿਤ ਸ਼ਾਹ ਦੀ ਅਗਵਾਈ 'ਚ ਹੋਣੀ, ਉਹ 26 ਤਰੀਕ ਨੂੰ ਅੰਮ੍ਰਿਤਸਰ 'ਚ ਹੋਣੀ ਆ, ਕਿ ਉਹਦੇ 'ਚ ਚੰਡੀਗੜ੍ਹ ਦਾ ਮਾਮਲਾ ਵੀ ਉਠਾਇਆ ਜਾਊਗਾ ਕਿ ਜਨਾਬ ਸਾਨੂੰ ਜਾਂਦੇ ਤਾਂ ਨਹੀਂ ਕਹਿਣ ਲੱਗੇ, ਮਤਲਬ ਇਲੈਕਸ਼ਨ 'ਚ ਜਾਂਦੇ ਸਾਨੂੰ ਚੰਡੀਗੜ੍ਹ ਦਾ ਹੀ ਫੈਸਲਾ ਕਰ ਦਿਓ। ਇੰਨੇ ਭਾਰੀ ਫੈਸਲੇ ਲੈ ਰਹੇ ਹੋ, ਇੱਕ ਇਹੋ ਜਿਹਾ ਫੈਸਲਾ ਵੀ ਕਰ ਜੋ ਪੰਜਾਬ ਦੇ ਲੋਕ ਸ਼ਾਇਦ ਤੁਹਾਨੂੰ ਖੁੱਲ੍ਹ ਕੇ ਵੋਟਾਂ ਪਾ ਦੇਣ। ਜਾਖੜ ਸਾਹਿਬ ਨੂੰ ਤੇ ਜਾ ਕੇ ਉੱਥੇ ਨਿੱਠ ਕੇ ਹੀ ਬਹਿ ਜਾਣਾ ਚਾਹੀਦਾ ਵੀ ਇੱਕ ਆਹ ਫੈਸਲਾ ਜ਼ਰੂਰ ਕਰ ਦਿਓ, ਹਰਿਆਣਾ ਵੀ ਤੁਹਾਡਾ, ਇਹ ਵੀ ਪੰਜਾਬ ਵੀ ਸਮਝ ਲਓ ਤੁਹਾਡਾ ਹੀ ਹੈ, ਤੇ ਹਰਿਆਣੇ ਨੂੰ ਤੁਸੀਂ ਜਿੰਨੇ ਮਰਜ਼ੀ ਪੈਸੇ ਕੇਂਦਰੀ ਪੂਲ 'ਚੋਂ ਦੇ ਦਿਓ, ਅਗਲੇ ਕਿਹੜੇ ਉਜਰ ਕਰਦੇ ਆ। ਸੋ ਇੰਦਰਪ੍ਰੀਤ ਜੀ, ਇਹ ਦੋਵੇਂ ਮਾਮਲੇ ਪੰਜਾਬ ਦੀ ਸਾਰ ਅੱਗ ਨੇ। ਮੈਨੂੰ ਲੱਗਦਾ ਕਾਫੀ ਜ਼ਰੂਰੀ ਮਾਮਲੇ ਨੇ। ਪੰਜਾਬ ਦੀਆਂ ਸੜਕਾਂ ਬਹੁਤ ਟੁੱਟੀਆਂ ਨੇ ਹੜ੍ਹਾਂ ਦੇ ਵਿੱਚ, ਸਾਡੇ ਵੀ ਬੜੇ ਟੋਏ ਟਿੱਬੇ ਇੱਧਰ ਮੈਂ ਦੇਖਿਆ, ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਮਾਝਾ ਏਰੀਆ ਪੂਰਾ ਹੀ। ਖੈਰ ਇਹਦੇ ਤੇ ਗੱਲ ਤੋਰਿਓ, ਇਹ ਬਣਾਉਣੀਆਂ ਵੀ ਹੈ ਨਾ।
ਰੰਧਾਵਾ ਸਾਹਿਬ, ਜਿਹੜੇ RDF ਦਾ ਮਾਮਲਾ ਹੈਗਾ ਉਹ 25 ਤਰੀਕ ਨੂੰ ਲੱਗ ਗਿਆ, ਸੁਪਰੀਮ ਕੋਰਟ ਦੇ ਵਿੱਚ ਲਿਸਟ ਹੋ ਗਿਆ। ਮੈਨੂੰ ਨਹੀਂ ਲੱਗਦਾ ਕਿ ਪਹਿਲੇ ਦਿਨ ਜਿਹੜਾ ਹੈਗਾ ਉਸ ਦੇ ਉੱਤੇ ਕੋਈ ਫੈਸਲਾ ਆਏਗਾ। ਵੈਸੇ ਤਾਂ ਕਿਉਂਕਿ ਸਿੱਧਾ ਹੈ ਕਿ ਇਹ ਜਿਹੜਾ ਫੰਡ ਹੈਗਾ ਉਹ ਟੋਟਲੀ ਸਟੈਚੂਰੀ ਫੰਡ ਹੈ, ਸਟੇਟ ਦਾ ਫੰਡ ਹੈ, ਸਟੇਟ ਉਹਨੂੰ ਜਿੱਥੇ ਮਰਜ਼ੀ ਚਾਹੇ ਖਰਚ ਕਰੇ, ਇਹਦੇ ਵਿੱਚ ਕਿਸੇ ਹੋਰ ਨੇ ਕੁਝ ਨਹੀਂ ਲੈਣਾ ਇਸ ਤੋਂ। ਪਰ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਲਗਾਤਾਰ ਦਬਾਅ ਬਣਾ ਰਹੀ ਹੈ ਸਾਡੇ ਉੱਤੇ। ਸੋ ਇਹ ਲੱਗਦਾ ਹੈ ਕਿ ਉੱਥੇ ਵੀ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨਗੇ, ਤੇ ਪਹਿਲੇ ਦਿਨ ਤਾਂ ਉਹਨਾਂ ਨੂੰ ਨੋਟਿਸ ਹੀ ਹੋਏਗਾ ਵੀ ਤੁਸੀਂ ਇਹਨਾਂ ਦਾ ਫੰਡ ਕਿਉਂ ਨਹੀਂ ਦੇ ਰਹੇ, ਇਸ ਦੇ ਉੱਤੇ ਆਪਣਾ ਜਵਾਬ ਦਾਵਾ ਦਾਇਰ ਕਰੋ। ਅੱਛੀ ਗੱਲ ਇਹ ਹੋਏ ਕਿ ਸੁਪਰੀਮ ਕੋਰਟ ਦੇ ਵਿੱਚ ਜੇ ਜਲਦੀ ਕੇਸ ਲੱਗ ਜੇ ਔਰ ਡੇ ਟੂ ਡੇ ਜਾਂ 2-4 ਦਿਨ ਬਾਅਦ, ਮਤਲਬ ਜਦੋਂ ਵੀ ਇਹਦੇ ਤੇ ਨੰਬਰ ਆਏ ਤੇ ਜਿੰਨਾ ਜਲਦੀ ਹੋ ਸਕੇ ਉਹ ਫੈਸਲਾ ਹੋ ਜਾਏ, ਕਿਉਂਕਿ ਲਗਭਗ 4000 ਕਰੋੜ ਜਿਹੜਾ ਹੈਗਾ ਉਹ ਇਸ ਟਾਈਮ ਸਾਡਾ ਰੁਕਿਆ ਹੋਇਆ। ਦੂਜੀ ਗੱਲ ਇਹ ਹੈ, ਜਿਹੜੀ ਆਪਾਂ ਕੱਲ ਜਾਂ ਪਰਸੋਂ ਵਾਲੇ ਪ੍ਰੋਗਰਾਮ 'ਚ ਇੱਕ ਗੱਲ ਕਰ ਰਹੇ ਸੀਗੇ ਸਾਈਲੋਜ਼ ਦੀ, ਵੀ ਸਾਈਲੋਜ਼ ਦੇ ਉੱਤੇ ਆੜਤੀ ਵਿਰੋਧ ਕਰ ਰਹੇ ਹੈ। ਅਸਲ ਦੇ ਵਿੱਚ ਇਹ ਖੇਲ ਹੀ ਸਾਰਾ ਉਹ 3 ਖੇਤੀ ਕਾਨੂੰਨਾਂ ਦਾ ਹੈ, ਜੇ ਤੁਸੀਂ ਇਹਨੂੰ ਸਮਝਣ ਦਾ ਯਤਨ ਕਰੋ। 3 ਖੇਤੀ ਕਾਨੂੰਨ ਤਾਂ ਜਿਹੜੇ ਕਿਸਾਨਾਂ ਨੇ ਆਪਣਾ ਅੰਦੋਲਨ ਕਰਕੇ ਵਾਪਿਸ ਕਰਵਾ ਲਿਆ, ਇਹ 'ਚ ਤਾਂ ਹੁਣ ਕੋਈ ਸ਼ੱਕ ਨਹੀਂ। ਪਰ ਉਹ 3 ਖੇਤੀ ਕਾਨੂੰਨਾਂ 'ਚ ਜੋ ਚੀਜ਼ ਸੀਗੀ ਉਹ ਹੌਲੀ ਕਰਕੇ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਉਹ ਲਾਗੂ ਕਰੀ ਜਾ ਰਹੀ ਹੈ, ਜਿਨ੍ਹਾਂ 'ਚੋਂ ਸਭ ਤੋਂ ਪਹਿਲਾਂ ਇਹ ਸੀਗਾ ਕਿ ਜਿੰਨੀਆਂ ਵੀ ਪ੍ਰਾਈਵੇਟ ਫਰਮਸ ਨੇ ਉਹਨਾਂ ਨੂੰ ਇਹਦੇ ਪ੍ਰੋਕਿਉਰਮੈਂਟ ਦੇ ਵਿੱਚ ਲੈ ਕੇ ਆਉਣਾ, ਤਾਂ ਕਿ ਗਵਰਨਮੈਂਟ ਆਫ ਇੰਡੀਆ ਦਾ ਇਸ ਤੇ ਬੋਝ ਘਟੇ, ਔਰ ਉਹ ਪ੍ਰੋਕਿਉਰਮੈਂਟ ਦੇ ਵਿੱਚ ਪ੍ਰਾਈਵੇਟ ਸੈਕਟਰ ਨੂੰ ਵਾੜਨਾ ਚਾਹੁੰਦੇ ਆ। ਪ੍ਰਾਈਵੇਟ ਸੈਕਟਰ ਦਾ ਇੱਕੋ ਹੀ ਉਹ ਹੈ ਵੀ ਅਸੀਂ 8-10% ਜਿਹੜਾ ਟੈਕਸ ਤੁਸੀਂ ਲਾ ਰਹੇ ਹੋ, ਇੰਨਾ ਟੈਕਸ ਨਹੀਂ ਅਸੀਂ ਦੇ ਸਕਦੇ। ਇਸੇ ਕਰਕੇ ਤੁਹਾਨੂੰ ਯਾਦ ਹੋਊਗਾ ਕਿ ਉਹਦੇ 'ਚ ਜਿਹੜੇ 3 ਖੇਤੀ ਕਾਨੂੰਨ ਸੀਗੇ ਉਹਨਾਂ 'ਚ ਇੱਕ ਇਹ ਜਿਹਾ ਸੀ ਜਿਸ 'ਚ ਕਿਹਾ ਸੀਗਾ ਵੀ ਜੇ ਤੁਸੀਂ ਆਪਣੀਆਂ ਮੰਡੀਆਂ ਬਣਾ ਲਓ ਤਾਂ ਤੁਹਾਨੂੰ ਕੋਈ ਉੱਥੇ ਟੈਕਸ ਦੇਣ ਦੀ ਲੋੜ ਨਹੀਂ, ਤੁਸੀਂ ਜਿਹੜਾ ਮਰਜ਼ੀ ਉਹ ਜਿੰਨੀ ਮਰਜ਼ੀ ਖਰੀਦ ਕਰੋ ਔਰ ਜਿੱਥੇ ਮਰਜ਼ੀ ਸਟੋਰ ਕਰੋ, ਤੁਹਾਨੂੰ ਗਵਰਨਮੈਂਟ ਪੁੱਛੇਗੀ ਵੀ ਨਹੀਂ। ਸੋ ਇੱਕ ਜਿਹੜਾ ਉਹ ਸੀਗਾ ਉਹੀ ਇਹ RDF ਦੇ ਉੱਤੇ ਲਾਗੂ ਕੀਤਾ ਹੈ। ਹੁਣ ਤੁਸੀਂ ਦੇਖੋ ਸਾਨੂੰ 8.5% ਮਿਲਦਾ ਹੈ, 3% ਸਾਡਾ ਮੰਡੀ ਫੀਸ ਹੈ, 3% ਸਾਡਾ RDF ਹੈ ਔਰ 2.5% ਸਾਡੀ ਆੜਤ ਹੈ। ਇਹ 8.5% ਬਣਦਾ ਹੈ ਪੰਜਾਬ ਦਾ। ਹਰਿਆਣਾ ਦਾ ਵੀ ਲਗਭਗ ਇੰਨਾ ਕੀ ਹੈ, ਥੋੜਾ ਬਹੁਤ ਕਿਸੇ ਦਾ ਘੱਟ ਹੋ ਸਕਦਾ ਹੈ। ਤੁਸੀਂ ਦੇਖੋ ਵੀ ਇਸ ਚੀਜ਼ ਨੂੰ ਉਹਨਾਂ ਨੇ ਇੱਕ ਚਿੱਠੀ ਪਿਊਸ਼ ਗੋਇਲ ਹੋਰਾਂ ਨੇ ਲਿਖੀ ਸੀਗੀ ਭਗਵੰਤ ਮਾਨ ਹੋਰਾਂ ਨੂੰ, ਉਹਨਾਂ ਨੇ ਕਿਹਾ ਸੀਗਾ ਕਿ ਇਹਨੂੰ 2% ਕਰੋ, ਕਿਉਂਕਿ ਅਸੀਂ ਜਿਹੜਾ ਇਹ ਫੂਡ ਗ੍ਰੇਨ ਹੈ ਇਹ ਦੇਸ਼ ਦੀ ਜਨਤਾ ਵਾਸਤੇ ਗਰੀਬ ਲੋਕਾਂ ਵਾਸਤੇ ਵੰਡਦੇ ਆ, ਇਹਨੂੰ ਟੈਕਸ ਇਸ ਤੇ ਟੈਕਸ ਨਹੀਂ ਲਗਾਇਆ ਜਾਣਾ ਚਾਹੀਦਾ। ਉਸ ਤੇ ਵੀ ਮੈਂ ਉਸ ਦਿਨ ਇਸੇ ਪ੍ਰੋਗਰਾਮ ਵਿੱਚ ਇਹ ਸਵਾਲ ਉਠਾਇਆ ਸੀ ਵੀ ਕੀ ਪੂਰੇ ਕੰਟਰੀ ਦਾ ਜਿਹੜਾ ਸਸਤਾ ਅਨਾਜ ਦੇਣ ਦਾ ਠੇਕਾ ਹੈ ਉਹ ਕੀ ਪੰਜਾਬ ਨੇ ਲਿੱਤਾ ਹੋਇਆ, ਜਾਂ ਪੰਜਾਬ ਆਪਣੇ ਮੋਢਿਆਂ ਤੇ ਲਵੇ? ਗਵਰਨਮੈਂਟ ਆਫ ਇੰਡੀਆ ਕਿਉਂ ਨਾ ਲਵੇ? ਜਿਸ ਤੋਂ ਤੁਸੀਂ ਕੋਈ ਚੀਜ਼ ਲੈ ਰਹੇ ਹੋ ਉਹਨੂੰ ਤਾਂ ਉਹਦੇ ਟੈਕਸ ਪੂਰੇ ਕਰੋ, ਤੁਸੀਂ ਆਪਣੇ ਖਾਤੇ ਚੋਂ ਦਿਓ। ਇਹ ਤਾਂ ਤੁਹਾਨੂੰ ਕਰਨਾ ਚਾਹੀਦਾ, ਨਾ ਕਿ ਸਟੇਟ ਦੇ ਉੱਤੇ ਪਾਉਣਾ ਚਾਹੀਦਾ। ਸੋ ਇਹ ਅਸਲ 'ਚ ਦਿਖਾਇਆ ਕੁਝ ਹੋਰ ਜਾ ਰਿਹਾ, ਅਸਲੀ ਕਹਾਣੀ ਕੁਝ ਹੋਰ ਹੈ। ਪ੍ਰਾਈਵੇਟ ਸੈਕਟਰ ਨੂੰ ਇਸ ਗੱਲ ਤੇ ਮਨਾ ਲਿਆ ਗਿਆ ਵੀ ਚਲੋ ਤੁਹਾਨੂੰ 8.5 ਨਹੀਂ, ਤੁਹਾਨੂੰ 2% ਤਾਂ ਤੁਹਾਨੂੰ ਦੇਣਾ ਹੀ ਪਏਗਾ। ਤਾਂ ਹੁਣ ਸਾਨੂੰ ਵੀ ਚਿੱਠੀਆਂ ਆ ਚੁੱਕੀਆਂ ਨੇ 2 ਦੀਆਂ। ਅਸੀਂ ਜਿਹੜੀ ਪਿਛਲੀ ਕਣਕ ਖਰੀਦੀ ਹੈ, ਗਵਰਨਮੈਂਟ ਆਫ ਇੰਡੀਆ ਨੇ ਜਿਹੜੀ ਖਰੀਦੀ ਹੈ, ਉਸ ਤੇ ਸਾਨੂੰ ਸਿਰਫ 2% ਹੀ ਮਿਲਿਆ। ਸਾਨੂੰ ਆੜਤ ਉਹਨਾਂ ਨੇ ਜ਼ਰੂਰ ਦੇਤੀ ਹੈ, ਫਿਲਹਾਲ ਆੜਤ ਦੇਤੀ ਹੈ, ਪਰ ਮੰਡੀ ਫੀਸ ਸਾਡੀ 1% ਘਟਾਤੀ ਹੈ, 3% ਸਾਡਾ RDF ਤਾਂ 0 ਹੀ ਕਰਤਾ ਹੈ। ਸੋ ਉਹਦੇ ਨਾਲ ਸਾਡਾ ਰੂਰਲ ਜਿੰਨਾ ਇਨਫਰਾਸਟ੍ਰਕਚਰ ਹੈਗਾ ਉਹ ਸਾਰਾ ਤਹਿਸ ਨਹਿਸ ਹੋ ਜਾਏਗਾ, ਕਿਉਂਕਿ ਸਾਨੂੰ ਘੱਟੋ ਘੱਟ 1800 ਕਰੋੜ ਰੁਪਇਆ ਐਨੂਅਲ ਤਾਂ ਸਿਰਫ ਸਾਡੀ ਰਿਪੇਅਰਿੰਗ ਵਾਸਤੇ ਚਾਹੀਦਾ। ਜਿਹੜੀਆਂ ਇੰਨਾ ਵੱਡਾ ਇਨਫਰਾਸਟ੍ਰਕਚਰ ਸਾਡਾ ਰੋਡਸ ਦਾ ਬਣਿਆ ਹੋਇਆ, ਲਿੰਕ ਰੋਡਸ ਦਾ, ਉਹਨੂੰ ਅਗਰ ਕੱਲੀ ਅਸੀਂ ਰਿਪੇਅਰ ਕਰਨੀ ਹੈ ਤਾਂ ਸਾਨੂੰ 1800 ਕਰੋੜ ਰੁਪਇਆ ਚਾਹੀਦਾ। ਤੇ ਜੇ ਤੁਸੀਂ ਇਹਨੂੰ ਦੇਖੋ ਇਹ 1800 ਕਰੋੜ ਹੀ ਬਣਦਾ, ਤੇ ਜੇ 1800 ਕਰੋੜ ਤੁਸੀਂ ਨਹੀਂ ਦੋਗੇ ਤਾਂ ਇਹ ਤਾਂ ਰਿਪੇਅਰ ਹੋਣ ਜੋਗੀਆਂ ਵੀ ਨਹੀਂ ਰਹਿਣੀਆਂ ਸੜਕਾਂ, ਨਵੀਆਂ ਤਾਂ ਬਣਾਉਣ ਦੀ ਗੱਲ ਬਹੁਤ ਦੂਰ ਦੀ ਹੈ। ਸੋ ਦੂਜਾ ਜਿਹੜਾ ਪਾਰਟ ਮੈਂ ਉਸ ਦਿਨ ਦੱਸਿਆ ਸੀਗਾ, ਇਹਦੇ ਚ ਇੱਕ ਮੇਰੀ ਕੁਆਰੀ ਹੈ, ਉਹ ਇਹ ਹੈ ਕਿ ਜੇ ਇਸ ਤਰ੍ਹਾਂ ਦੀ ਸਥਿਤੀ ਉਤਪੰਨ ਹੋ ਚੁੱਕੀ ਆ, ਮਤਲਬ ਇੰਨਾ ਕੱਟ ਲੱਗ ਚੁੱਕਿਆ, ਕਿਉਂਕਿ ਖੇਤੀ ਸਟੇਟ ਸਬਜੈਕਟ ਹੈ, ਤਾਂ ਕੀ ਪੰਜਾਬ ਸਰਕਾਰ ਜਾਂ ਪੰਜਾਬ ਦੀ ਵਿਧਾਨ ਸਭਾ ਸਮਰੱਥ ਹੈ ਕਿ ਉਹ ਕੁਝ ਸੈਸ ਦੇ ਰੂਪ ਦੇ ਵਿੱਚ ਜੋ ਕੇਂਦਰੀ ਪੂਲ ਨੂੰ ਜਾਂਦਾ ਹੈ ਅਨਾਜ, ਫਿਰ ਇਹ ਆਪਣੇ ਤੌਰ ਤੇ ਕੁਝ ਨਵਾਂ ਟੈਕਸ ਇਦਾਂ ਦਾ ਲਾ ਲੈਣ? ਇਦਾਂ ਦੀ ਸਮਰੱਥਾ ਹੈ, ਜਾਂ GST ਆਉਣ ਤੋਂ ਬਾਅਦ ਇਹਨਾਂ ਦੇ ਹੱਥ ਪੂਰੀ ਤਰ੍ਹਾਂ ਹੁਣ ਬੰਨ ਤੇ ਗਏ ਆ, ਜਾਂ ਇਹ ਸੰਭਵ ਹੀ ਨਹੀਂ ਹੈ?
ਨਹੀਂ, ਇਹਦੇ ਵਿੱਚ ਇਹ ਆਪਸ਼ਨ ਜਿਹੜੀ ਫੂਡ ਗ੍ਰੇਨਸ ਵਾਲੀ ਹੈ ਉਹ ਤਾਂ ਹਜੇ ਵੀ ਛੱਡੀ ਹੋਈ ਸੀਗੀ, ਪਰ ਉਹੀ ਤਾਂ ਮੈਂ ਕਹਿ ਰਿਹਾ ਕਿ ਗਵਰਨਮੈਂਟ ਆਫ ਇੰਡੀਆ ਨੇ ਕਹਿਤਾ ਕਿ ਅਸੀਂ 2% ਤੋਂ ਦੇਣਾ ਹੀ ਨਹੀਂ ਜਰਾ, ਤੁਸੀਂ ਜਿਹੜਾ ਜਿੰਨਾ ਮਰਜ਼ੀ ਲਾਈ ਜਾਓ ਪਰ ਅਸੀਂ 2% ਹੀ ਦੇਵਾਂਗੇ। ਸੋ ਲੜਾਈ ਉੱਥੇ ਇੱਕ ਵਾਰ ਤਾਂ ਕਾਨੂੰਨੀ ਹੁਣ ਜਿਹੜੀ ਸ਼ੁਰੂ ਹੋ ਗਈ ਹੈ ਉਸ 'ਚ ਕਾਫੀ ਚੀਜ਼ਾਂ ਨਿੱਤਰ ਕੇ ਸਾਹਮਣੇ ਆਉਣਗੀਆਂ ਕਿ ਤੁਸੀਂ ਕਿਸੇ ਵੀ ਸਟੇਟ ਦਾ ਸਟੈਚੂਰੀ ਫੰਡ ਕਿਵੇਂ ਘਟਾ ਸਕਦੇ ਹੋ। ਇਹ ਸਟੇਟ ਦਾ ਰਾਈਟ ਹੈ, ਸਟੇਟ ਨੂੰ ਹੀ ਲਗਾਉਣਾ ਚਾਹੀਦਾ, ਔਰ ਸੁਪਰੀਮ ਕੋਰਟ ਮੈਨੂੰ ਲੱਗਦਾ ਕਿ ਇਹਦੇ ਵਿੱਚ ਡਾਇਰੈਕਸ਼ਨ ਜ਼ਰੂਰ ਦੇਗੀ। ਇਹ ਅੱਛੀ ਗੱਲ ਹੈ ਕਿ ਉੱਥੇ ਸੁਪਰੀਮ ਕੋਰਟ 'ਚ ਗਿਆ ਤੇ ਉੱਥੇ ਬਹਿਸ ਹੋਏਗੀ ਤੇ ਹੋ ਸਕਦਾ ਕੋਈ ਇਹੋ ਜਿਹਾ ਫੈਸਲਾ ਹੋ ਜਾਏ ਜਿਹੜਾ ਰਿਮਾਰਕੇਬਲ ਹੋਵੇ ਔਰ ਜਿਹਨੂੰ ਕਹਿੰਦੇ ਆ ਵੀ ਸਾਰੀਆਂ ਸਟੇਟਾਂ ਨੂੰ ਉਹਦਾ ਫਾਇਦਾ ਹੋ ਜਾਏ। ਵੀ ਲੀਡ ਤਾਂ ਚਾਹੇ ਬੇਸ਼ੱਕ ਅੱਜ ਪੰਜਾਬ ਕਰ ਰਿਹਾ, ਲੇਕਿਨ ਬਾਕੀ ਸਟੇਟਾਂ ਨੂੰ ਇਹਦਾ ਫਾਇਦਾ ਹੋ ਸਕਦਾ, ਕਿਉਂਕਿ ਇੱਕ ਜਦੋਂ ਡਿਸੀਜਨ ਸੁਪਰੀਮ ਕੋਰਟ ਦਾ ਆਉਂਦਾ ਤਾਂ ਬਾਕੀ ਸਟੇਟਾਂ ਤੇ ਵੀ ਉਹ ਕਈ ਵਾਰ ਲਾਗੂ ਕਰ ਦਿੰਦੇ ਆ। ਪਰ ਜੇ ਨਾ ਹੋਇਆ ਤਾਂ ਫਿਰ ਪੋਲੀਟੀਕਲ ਲੜਾਈ ਦੀ ਸੰਭਾਵਨਾ ਵੀ ਮੁੱਕ ਜਾਂਦੀ ਹੈ ਨਾ। ਦੇਖੋ ਦੋਨੇ ਪਾਸੇ ਖਤਰੇ ਮੌਜੂਦ ਆ। ਜੇਕਰ ਦੋਨੋਂ ਪਾਸੇ ਖਤਰੇ, ਇਹਦੇ ਵਿੱਚ ਇਨ ਦਾ ਲਾਰਜਰ ਇੰਟਰਸਟ ਆਫ ਕੰਟਰੀ ਜੇ ਇਹਨੂੰ ਦੇ ਦਿੰਦੀ ਹੈ ਕਿ ਅਸੀਂ ਖਪਤਕਾਰ ਨੂੰ ਧਿਆਨ 'ਚ ਰੱਖ ਰਹੇ ਹਾਂ, ਬੋਝ ਅੱਗੇ ਮਹਿੰਗਾਈ ਬੜੀ ਵੱਧ ਗਈ ਆ, ਤਾਂ ਫਿਰ ਜੇਕਰ ਫੈਸਲਾ ਫਸ ਜਾਂਦਾ ਹੈ ਤਾਂ ਉਸ ਤੋਂ ਬਾਅਦ ਪੋਲੀਟੀਕਲ ਲੜਾਈ ਆਟੋਮੈਟਿਕਲੀ ਵੀ ਮੁੱਕ ਜਾਂਦੀ ਹੈ, ਕਿਉਂਕਿ ਫਿਰ ਸਾਰੀਆਂ ਸਰਕਾਰਾਂ ਹਵਾਲਾ ਦਿਆ ਕਰਨਗੀਆਂ ਸੁਪਰੀਮ ਕੋਰਟ ਦਾ ਫਲਾਣਾ ਕੇਸ। ਕੀ ਕਹਿੰਦੇ? ਬਿਲਕੁਲ ਇਹ ਦੇਣਗੀਆਂ, ਇਹ ਔਰ ਦੇ ਸਕਦੀਆਂ ਨੇ। ਇਸ ਗੱਲ ਦੀ ਇੱਕ ਉਹ ਹੈਗੀ ਹੈ ਕੀ ਬੋਲਦੇ ਉਹਨੂੰ, ਜਿਹਨੂੰ ਆਪਾਂ ਕਹਿੰਦੇ ਥੋੜੀ ਜਿਹੀ ਗੁੰਜਾਇਸ਼ ਹੈਗੀ ਹੈ ਕਿ ਜੇ ਸਾਡੇ ਅਗੇਂਸਟ ਆ ਗਿਆ ਤਾਂ ਆਹ 4000 ਕਰੋੜ ਤਾਂ ਮਿਲ ਜਾਏਗਾ, ਇਹਦੀ ਤਾਂ ਕੋਈ ਪ੍ਰੋਬਲਮ ਨਹੀਂ ਹੈ। ਪਰ ਅੱਗੇ ਤੋਂ ਗਵਰਨਮੈਂਟ ਆਫ ਇੰਡੀਆ ਕਹਿ ਸਕਦੀ ਹੈ ਵੀ ਅਸੀਂ ਇਸ ਤੋਂ ਵੱਧ ਨਹੀਂ ਦੇਣਾ, ਚਾਹੇ ਤੁਸੀਂ ਫਿਰ ਜਿੰਨਾ ਮਰਜ਼ੀ ਕਰ ਲਓ। ਉਸ 'ਚ ਫਿਰ ਇੱਕੋ ਹੀ ਚੀਜ਼ ਰਹਿ ਜੂਗੀ, ਪੋਲੀਟੀਕਲ ਫਾਈਟ ਨਹੀਂ। ਉਹਦੇ 'ਚ ਤਾਂ ਸਾਨੂੰ ਆਪਣੇ ਕਿਸਾਨਾਂ ਨੂੰ ਹੀ ਜਿਹੜਾ ਹੈਗਾ ਉਹ ਵੀਟ ਔਰ ਇਹਦਾ ਘਟਾਉਣਾ ਪਊਗਾ, ਇਹਨੂੰ ਕਿਸੇ ਹੋਰ ਪਾਸੇ ਲੈ ਕੇ ਜਾਣਾ ਪਊਗਾ। ਮੈਂ ਬਾਰ-ਬਾਰ ਇਹ ਗੱਲ ਕਰ ਰਿਹਾ ਕਿ ਪੰਜਾਬ ਨੂੰ ਜ਼ੋਨਿੰਗ ਆਪਣੀ ਕਰਨੀ ਪਊਗੀ। ਜਿੰਨੀਆਂ ਚੀਜ਼ਾਂ ਦੀ ਪੰਜਾਬ ਨੂੰ ਲੋੜ ਹੈ ਉਹਦਾ ਉਹਨਾਂ ਜ਼ੋਨ ਬਣਾ ਕੇ ਉਹ ਬਾਹਰੋਂ ਨਾ ਖਰੀਦ ਕੇ ਆਪਣੀਆਂ ਹੀ ਖਰੀਦੀਆਂ ਜਾਣ। ਲੋਕਾਂ ਨੂੰ ਇਸ ਗੱਲ ਲਈ ਜਾਗਰੂਕ ਕਰਨਾ ਪਊਗਾ ਤੇ ਮਾਰਕਫੈਡ ਜਾਂ ਪੰਜਾਬ ਐਗਰੋ ਵਰਗੇ ਜਿਹੜੇ ਸਾਡੇ ਸੈਕਟਰ ਨੇ ਇਹਨਾਂ ਨੂੰ ਮਜ਼ਬੂਤ ਕਰਕੇ ਲਿਆਉਣਾ ਪਊਗਾ ਤਾਂ ਕਿ ਇਹ ਪੰਜਾਬ ਦੇ ਲੋਕਾਂ ਨੂੰ ਪ੍ਰੋਸੈਸ ਕਰਕੇ ਉਹ ਚੀਜ਼ਾਂ ਉਪਲਬਧ ਕਰਾ ਸਕਣ। ਸੋ ਇਹ ਅਗਰ ਕਰ ਲੈਂਦੇ ਆ ਤਾਂ ਸਾਡਾ ਬਹੁਤ ਸਾਰਾ ਜਿਹੜਾ ਰਕਬਾ ਹੈ ਉਹ ਵੀਟ ਔਰ ਪੈਡੀ ਤੋਂ ਬਾਹਰ ਹੋ ਜਾਏਗਾ, ਤਾਂ ਸਾਡੀ ਜਿਹੜੀ ਇੱਕ ਜਿਹਨੂੰ ਕਹਿੰਦੇ ਨਾ ਕਿ ਪ੍ਰੈਸ਼ਰ ਪੁਆਇੰਟ ਬਣ ਜਾਏਗਾ ਤੇ ਪ੍ਰੈਸ਼ਰ ਪੁਆਇੰਟ ਨਾਲ ਫਿਰ ਅਸੀਂ ਇਹ ਚੀਜ਼ਾਂ ਜਿਹੜੀਆਂ ਅਸੀਂ ਉੱਥੇ ਕਹਿ ਸਕਦੇ ਆ ਵੀ ਨਹੀਂ ਸਾਨੂੰ ਤਾਂ 8% ਜਾਂ 6% ਜਿਹੜਾ ਵੀ ਅਸੀਂ ਟੈਕਸ ਲਗਾਇਆ ਉਹ ਸਾਨੂੰ ਚਾਹੀਦਾ ਹੀ ਚਾਹੀਦਾ, ਉਹ ਸਾਨੂੰ ਦੋ। ਇੰਜ ਕਰੀਏ, ਆਪਾਂ ਭਾਸਕਰ ਸਾਹਿਬ ਨੂੰ ਸ਼ਾਮਲ ਕਰਕੇ ਜਿਹੜੀ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਹੈ ਅਮਿਤ ਸ਼ਾਹ ਦੀ ਅਗਵਾਈ 'ਚ ਹੋਣ ਵਾਲੀ, ਉਹ ਇਹਨਾਂ ਤੋਂ ਵਿਸਥਾਰ ਲੈ ਲੈਣੇ, ਫਿਰ ਉੱਤੇ ਗੱਲ ਕਰਦੇ ਹਾਂ। ਜੀ ਭਾਸਕਰ ਸਾਹਿਬ, ਸਭ ਤੋਂ ਪਹਿਲੇ ਤੇ ਜਦ 25 ਤਰੀਕ ਨੂੰ ਆਰਡੀਐਫ ਵਾਲਾ ਕੇਸ ਸੁਪਰੀਮ ਕੋਰਟ ਦੇ ਵਿੱਚ ਲੱਗੇਗਾ, ਸਾਨੂੰ ਸਾਡੀ ਸਰਕਾਰ ਜੀ ਨੂੰ ਬੇਨਤੀ ਹੈ ਵਕੀਲ ਚੰਗੇ ਭੇਜਣ, ਕਿਉਂਕਿ ਹਜੇ ਤੱਕ ਜਿਹੜੇ ਵੀ ਕੇਸ ਸਰਕਾਰ ਦੇ ਲੱਗੇ ਨੇ ਉਹਦੇ ਵਿੱਚ ਸਾਨੂੰ ਮੂੰਹ ਦੀ ਖਾਣੀ ਪਈ ਹੈ ਪੰਚਾਇਤੀ ਨੋਟੀਫਿਕੇਸ਼ਨ ਭੰਗ ਕਰਨ ਦਾ, ਉਹ ਤੁਹਾਨੂੰ ਪਤਾ ਹੀ ਹੈ। ਪਰ ਚਲੋ ਹੁਣ 25 ਤਰੀਕ ਆ ਗਈ ਹੈ, ਉਹ ਵੀ ਤਦ ਜਦ ਏਜੀ ਨੂੰ ਹਟਾਉਣ ਦਾ ਫੈਸਲਾ ਸਰਕਾਰ ਤਕਰੀਬਨ ਕਰ ਚੁੱਕੀ ਹੈ। ਇੱਦਾਂ ਦੇ ਵਕਤ ਵਿੱਚ ਕੋਈ ਚੰਗੇ ਵਕੀਲ ਕਰਨਾ ਉਹ ਬਹੁਤ ਜ਼ਰੂਰੀ ਹੈ, ਉਹਦੇ ਉੱਤੇ ਸਰਕਾਰ ਦਾ ਧਿਆਨ ਲਿਆਣਾ ਜਾ ਰਿਹਾ। ਅੱਛਾ, ਇਹ ਭਾਸਕਰ ਸਾਹਿਬ ਹੋ ਸਕਦਾ 25 ਤੱਕ ਨਵਾਂ ਏਜੀ ਸਹੁੰ ਚੁੱਕ ਲੇ। ਹੁਣ ਇਹ ਵੀ ਸਵਾਲ ਤਾਂ ਹੈ ਨਾ ਕਿ ਨਵਾਂ ਏਜੀ ਹੋਵੇ ਕੌਣ? ਖਬਰਾਂ ਪ੍ਰਕਾਸ਼ਿਤ ਹੁੰਦੀਆਂ ਨੇ, ਕਾਨਾਫੂਸੀ ਤੁਰਦੀ ਰਹਿੰਦੀ ਆ, ਸੱਤਾ ਤੇ ਗਲਿਆਰਿਆਂ 'ਚ ਗੱਲ ਹੁੰਦੀ ਰਹਿੰਦੀ ਹੈ, ਪਰ ਜਿਹਦਾ ਨਾਂ ਆਉਂਦਾ ਉਹਦੇ ਤੇ ਨਾਲ ਹੀ 2-4 ਆਬਜੈਕਸ਼ਨ ਆ ਜਾਂਦੇ ਆ, ਕਿਸੇ ਦੀ ਡਿਗਰੀ ਨੂੰ ਲੈ ਕੇ, ਕਿਸੇ ਦੇ ਕਿਰਦਾਰ ਨੂੰ ਲੈ ਕੇ, ਕਿਸੇ ਦੀ ਵਫਾਦਾਰੀ ਕਿਤੇ ਹੋਰ ਨੂੰ ਲੈ ਕੇ। ਹੁਣ ਅਸੀਂ ਜ਼ਿਕਰ ਨਹੀਂ ਕਰਨਾ, ਪਰ ਮੇਰੇ ਕੋਲ ਐਸੀਆਂ ਸੂਚਨਾਵਾਂ ਨੇ ਕਿ ਇੱਕ ਤੋਂ ਬਾਅਦ ਜਦੋਂ ਦੂਜਾ ਨਾਂ ਆਉਂਦਾ ਉਹਨੂੰ ਵੀ ਆਬਜੈਕਟ ਕਰਤਾ ਜਾਂਦਾ, ਦੂਜੇ ਤੋਂ ਬਾਅਦ ਤੀਜਾ ਆਉਂਦਾ, ਕੋਈ ਨਾ ਕੋਈ ਉਹਦੇ ਵਿੱਚ ਗੱਲ ਆ ਜਾਂਦੀ ਹੈ। ਸੋ ਇਹ ਸਰਕਾਰਾਂ ਲਈ ਬੜੀ ਗਲੇ ਦੀ ਹੱਡੀ ਬਣ ਜਾਂਦਾ ਜਦੋਂ ਕੋਈ ਮਾਮਲਾ ਫਸ ਜੇ, ਫਿਰ ਬਹੁਤਾ ਫਸਿਆ ਰਹਿੰਦਾ। ਹੁਣ ਤੁਸੀਂ ਆਓ ਅਮਿਤ ਸ਼ਾਹ ਦੀ ਅਗਵਾਈ ਵਾਲੀ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਤੇ 26 ਤਰੀਕ ਨੂੰ ਉਹ ਨਾਰਦਰਨ ਜਿਹੜਾ ਜ਼ੋਨਲ ਕੌਂਸਲ ਦੀ ਮੀਟਿੰਗ ਹੈਗੀ ਹੈ ਉਹ ਅੰਮ੍ਰਿਤਸਰ ਦੇ ਵਿੱਚ ਹੈਗੀ ਹੈ। ਉਹਦੇ ਵਿੱਚ ਬਹੁਤ ਸਾਰੇ ਮਾਮਲੇ, ਕਿਉਂਕਿ ਜਦ ਇਹ ਮੀਟਿੰਗ ਰਾਜਸਥਾਨ ਦੇ ਜੈਪੁਰ ਦੇ ਵਿੱਚ ਹੋਏਗੀ, ਤੁਹਾਨੂੰ ਯਾਦ ਹੋਏਗਾ ਚੰਡੀਗੜ੍ਹ ਦੇ ਉੱਤੇ ਯਾਨੀ ਵੱਖਰੇ ਹਾਈ ਕੋਰਟ ਦੀ ਜ਼ਮੀਨ ਦੇਣ ਵਾਸਤੇ ਜਾਂ ਵੱਖਰੀ ਵਿਧਾਨ ਸਭਾ ਦੀ ਜ਼ਮੀਨ ਦੇਣ ਵਾਸਤੇ ਉਹ ਫੈਸਲਾ ਉੱਥੇ ਅਮਿਤ ਸ਼ਾਹ ਉਹਨਾਂ ਨੇ ਮੰਗ ਲਿਆ ਸੀਗਾ, ਔਰ ਪੰਜਾਬ ਦੇ 2 ਮਿਨਿਸਟਰ ਉੱਥੇ ਗਏ ਸੀਗੇ ਤੇ ਕੁਝ ਗੱਲਾਂ SYL ਕਨਾਲ ਦੇ ਉੱਤੇ ਇਦਾਂ ਦੀ ਕਰਕੇ ਆਏ ਸੀ ਜਿਹੜੀ ਬਾਅਦ ਚੋਂ ਇਹ ਕਿਹਾ ਜਾ ਰਿਹਾ ਸੀਗਾ ਪੰਜਾਬ ਦੀ ਵਿਪੱਖ 'ਚ ਜਾਂਦੀ ਹੈ। ਹੁਣ ਪੰਜਾਬ ਦਾ ਰੋਲ, ਹਾਲਾਂਕਿ ਹਿਮਾਚਲ ਨੇ ਤੇ ਇਹ ਗੱਲ ਸਾਫ਼ ਕਰਤੀ ਹੈ, ਜਿਹੜਾ ਸੈਸ ਟੈਕਸ ਲਾਇਆ ਸੀਗਾ ਯਾਨੀ ਹਾਈਡਰੋ ਪ੍ਰੋਜੈਕਟ ਦੇ ਉੱਤੇ ਵਾਟਰ ਟੈਕਸ ਸੀਗਾ, ਉਹਦੇ ਉੱਤੇ ਗੱਲ ਹੋਏਗੀ, ਲੇਕਿਨ ਪੰਜਾਬ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਐਤਕੀ ਗੱਲ ਕਰ ਸਕਦਾ ਹੈ। ਇਸ ਗੱਲ ਦੀ ਕੰਸੋਲ ਲੱਗੀ ਹੈ, ਕਿਉਂਕਿ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਜਦ ਵੀ ਪੰਜਾਬ ਦੇ ਵਿੱਚ ਗੱਲ ਹੁੰਦੀ ਹੈ, ਉਹ ਵੀ ਖਾਸ ਕਰਕੇ ਜਦ ਕਿਸੇ ਮੁੱਦੇ ਦੇ ਉੱਤੇ ਪ੍ਰਵੋਕ ਕੀਤਾ ਜਾਂਦਾ ਪੰਜਾਬ ਨੂੰ,
ਤਦ ਪੰਜਾਬ ਆਪਣੇ ਕਲੇਮ ਦੀ ਗੱਲ ਕਰਦਾ ਹੈ, ਤੇ ਜਿਸ ਕਲੇਮ ਦੀ ਗੱਲ ਪੰਜਾਬ ਦੇ ਵਿੱਚ ਹੁੰਦੀ ਹੈ ਉਸ ਕਲੇਮ ਨੂੰ ਕਲੇਮ ਕਰਨ ਦੀ ਗੱਲ ਸ਼ਾਇਦ ਨਾਰਥਰਨ ਕਾਉਂਸਲ ਦੀ ਮੀਟਿੰਗ ਦੇ ਵਿੱਚ ਪੰਜਾਬ ਕਰੇ। ਔਰ ਖਾਸ ਕਰਕੇ ਡਾਇਰੈਕਟ ਬੈਨੀਫਿਟ ਟ੍ਰਾਂਸਫਰਸ ਦੀ ਗੱਲ ਹੈਗੀ ਹੈ, ਸੋਸ਼ਲ ਸਿਕਿਉਰਿਟੀ ਪੈਨਸ਼ਨ ਦੀ ਗੱਲ ਹੈਗੀ ਹੈ, ਉਹਦੇ ਉੱਤੇ ਵੀ ਪੰਜਾਬ ਨੇ ਐਤਕੀ ਗੱਲ ਕਰਨ ਦਾ ਫੈਸਲਾ ਕੀਤਾ ਹੈ। ਪਰ ਚੰਡੀਗੜ੍ਹ ਦਾ ਮੁੱਦਾ ਔਰ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਦੇ ਵਾਸਤੇ ਜ਼ਮੀਨ ਦੇਣ ਦਾ ਮੁੱਦਾ ਜਿਹੜਾ ਹਰਿਆਣਾ ਨੂੰ ਚੱਲਦਾ ਸੀਗਾ, ਉਹ ਵੀ ਐਤਕੀ ਗਰਮਾਏਗਾ। ਔਰ ਉਸ ਤੋਂ ਇਲਾਵਾ RDF ਦਾ ਮੁੱਦਾ ਇਸ ਕਰਕੇ ਇਸ ਨਾਰਥਰਨ ਕਾਉਂਸਲ ਮੀਟਿੰਗ ਦੇ ਵਿੱਚ ਨਹੀਂ ਆ ਸਕਦਾ ਕਿਉਂਕਿ 25 ਤਰੀਕ ਨੂੰ ਸੁਪਰੀਮ ਕੋਰਟ ਦੇ ਵਿੱਚ ਖੁੱਲੇਗਾ, ਤੇ ਫਿਰ ਸਬਜੂਡਿਸ ਮਾਮਲੇ ਦੇ ਉੱਤੇ 26 ਤਰੀਕ ਨੂੰ ਗੱਲ ਕਰਨਾ ਸੰਭਵ ਨਹੀਂ ਹੋ ਪਾਏਗਾ। ਪਰ ਇਹਨਾਂ ਸਾਰੀ ਗੱਲਾਂ ਦੇ ਵਿੱਚ ਗਵਰਨਰ ਸਾਹਿਬ ਨੇ ਆਪਣਾ 20 ਤਰੀਕ ਦਾ ਜਿਹੜਾ ਦੌਰਾ ਸੀਗਾ ਸਰਹੱਦੀ ਜ਼ਿਲ੍ਹਿਆਂ ਦਾ, 20 ਤੋਂ 23 ਦਾ ਸੀਗਾ, ਉਹ ਕੈਂਸਲ ਕਰਤਾ। ਉਹ ਹੁਣ 26 ਤੋਂ ਬਾਅਦ ਕਰਨਗੇ। 26 ਦੀ ਮੀਟਿੰਗ ਦੇ ਵਿੱਚ ਗਵਰਨਰ ਸਾਹਿਬ ਵੀ ਕੁਝ ਆਪਣਾ ਰੋਲ ਨਿਭਾਉਣਗੇ, ਉਹ ਦੇਖਣੇ ਅੱਗੇ ਚੱਲ ਕੇ ਕੀ ਹੁੰਦਾ। ਪਰ ਇਹ ਮੀਟਿੰਗ ਅੰਮ੍ਰਿਤਸਰ ਦੇ ਵਿੱਚ ਹੋਣਾ ਇੰਟਰਸਟਿੰਗ ਇਸ ਕਰਕੇ ਹੈ ਕਿ ਇਹਦੇ ਵਿੱਚ ਉਹਨਾਂ ਸਾਰੇ ਸੂਬਿਆਂ ਦੇ ਰਿਪਰੈਜ਼ੈਂਟੇਟਿਵ ਬੈਠੇ ਹੋਣਗੇ ਜਿਨ੍ਹਾਂ ਦੇ ਨਾਲ ਸਾਡੇ ਰਫੜ ਨੇ। ਰਾਜਸਥਾਨ ਨੇ ਜਿਸ ਤਰੀਕੇ ਨਾਲ ਪੰਜਾਬ ਤੋਂ ਫਲੱਡ ਟਾਈਮ ਦੇ ਵਿੱਚ ਪਾਣੀ ਲੈਣ ਤੋਂ ਮਨਾ ਕਰਤਾ ਸੀਗਾ, ਔਰ ਹੁਣ ਬਲਦ ਪਾਣੀ ਮੰਗਦਾ ਹੈ, ਇਹ ਮੁੱਦੇ ਵੀ ਇਸ ਮੀਟਿੰਗ ਦੇ ਵਿੱਚ ਗਰਮਾਉਣਗੇ। ਮੁੱਦੇ ਬੜੇ ਇੰਪੋਰਟੈਂਟ ਹੈਗੇ ਨੇ, ਔਰ ਉਹਦੇ ਉੱਤੇ ਨਿੱਠ ਕੇ ਪੰਜਾਬ ਦਾ ਰਿਪਰੈਜ਼ੈਂਟੇਸ਼ਨ ਕਰਨਾ ਉਹ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ। ਇੰਦਰਪ੍ਰੀਤ ਜੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਮਲਾ ਵੀ 2-3 ਮੀਟਿੰਗਾਂ ਲਗਾਤਾਰ ਗਵਰਨਰ ਸਾਹਿਬ ਦੀ ਅਗਵਾਈ 'ਚ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ 'ਚ ਚੱਲਦਾ ਰਿਹਾ। ਉਹ ਵੀ ਉੱਠਣ ਦੇ ਲੱਗਦੀ ਅਸਾਰ ਹੈਗੇ ਆ, ਕਿਉਂਕਿ ਜੈਪੁਰ ਦੇ ਵਿੱਚ ਇਹ ਮਾਮਲਾ ਉੱਠਿਆ ਸੀਗਾ ਕਿ ਸਾਡੇ ਕਾਲਜਸ ਨੂੰ ਐਫੀਲੀਏਸ਼ਨ ਦਿਓ, ਤੇ ਉਹਨਾਂ ਨੇ ਸਿਧਾਂਤਕ ਤੌਰ ਤੇ ਕਿਹਾ ਵੀ ਸੀ ਵੀ ਦੇ ਦੇਣੀ ਚਾਹੀਦੀ, ਜਿਸ ਤੋਂ ਬਾਅਦ ਗਵਰਨਰ ਸਾਹਿਬ ਸ਼ਾਇਦ ਇਹ ਨਿਪਟਾਰੇ ਲਈ ਲੱਗੇ ਰਹੇ ਕਿਉਂਕਿ ਕੇਂਦਰੀ ਹਾਕਮਾਂ ਦੀ ਇੱਕ ਮਰਜ਼ੀ ਸੀ, ਇੱਛਾ ਸੀ। ਇਹ ਵੀ ਮਾਮਲਾ ਉੱਠ ਸਕਦਾ। ਪਰ ਪੰਜਾਬ ਆਪਣੀ ਰਾਜਧਾਨੀ ਲਈ ਕਿਉਂ ਨਹੀਂ, ਮਤਲਬ ਸਭ ਤੋਂ ਜ਼ਿਆਦਾ ਜ਼ੋਰ ਇਹ ਪਾਣੀਆਂ ਤੇ ਰਾਜਧਾਨੀ ਤੇ ਕਿਉਂ ਨਹੀਂ ਦਿੰਦਾ? ਬਲੇ ਤਾਂ ਸਰਾਸਰ ਇੱਕ ਧੱਕਾ ਹੈ, ਅਨਿਆਂ ਹੈ ਕਿ ਤੁਹਾਡੀ ਕੋਈ ਰਾਜਧਾਨੀ ਹੈ ਨਹੀਂ, ਔਰ ਤੁਸੀਂ ਲਗਾਤਾਰ ਦੇਖੋ 66 ਤੋਂ ਬਾਅਦ ਲਗਾਤਾਰ ਇਸ ਸਥਿਤੀ 'ਚ ਫਸੇ ਹੋਏ ਹੋ। ਤੇ ਮੁੱਖ ਮੰਤਰੀ ਨੂੰ ਕੀ ਮੁਸ਼ਕਿਲ ਆ ਗੱਲ ਕਰਨ 'ਚ? ਜੇ ਜ਼ੋਰਦਾਰ ਉਠਾਉਣ, ਕੋਈ ਹਾਂ ਹੂੰ ਤਾਂ ਕਰਾਉਣ, ਕੋਈ ਨਾ ਹੀ ਕਰਾ ਲੈਣ, ਹੋਰ ਕੱਖ ਨਹੀਂ, ਲੜਨ ਜੋਗੇ ਹੀ ਨਹੀਂ ਗਏ ਤਾਂ ਕੋਈ ਘੱਟੋ ਘੱਟ ਪੰਜਾਬ ਦੇ ਲੋਕਾਂ ਦੇ ਡੋਮੇਨ ਦੇ ਵਿੱਚ ਤਾਂ ਚਲੇ ਜੇ ਗੱਲ ਕਿਹਾ ਜੇ ਧਿਰਾਂ ਤਾਂ ਨੰਗੀਆਂ ਕਰਨ ਨਾ, ਘੱਟੋ ਘੱਟ ਇੱਕ ਇਹ ਗੱਲ। ਤੇ ਦੂਜਾ ਲਾਸਟ ਵਿੱਚ ਬੁਲਟ ਟ੍ਰੇਨ ਜੇ ਪੰਜਾਬ ਦੇ ਵਿੱਚ ਆ ਰਹੀ ਹੈ, ਮਤਲਬ ਅੰਮ੍ਰਿਤਸਰ ਤੋਂ ਦਿੱਲੀ ਸ਼ੂ ਕਰਦਾ, ਤੁਸੀਂ 2.5 ਘੰਟਿਆਂ 'ਚ ਪਹੁੰਚ ਜਾਇਆ ਕਰੋ, ਕਿੰਨੀ ਕੁ ਦੀ ਸਪੀਡ ਹੋਏਗੀ? ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲੈ ਕੇ ਬੜੇ ਸੰਸੇ ਆ, ਠੀਕ ਮੁਆਵਜ਼ਾ ਮਿਲੇ ਨਾ ਮਿਲੇ, ਕਈ ਵਾਰੀ ਜ਼ਮੀਨਾਂ ਅੱਧ ਚੋਂ ਪਾਟ ਜਾਂਦੀਆਂ ਨੇ। ਇਹ ਕੀ ਸਿਚੁਏਸ਼ਨ ਆ ਸਾਰੀ, ਦੱਸਿਓ ਜ਼ਰਾ। ਰੰਧਾਵਾ ਸਾਹਿਬ, ਦੋ ਚੀਜ਼ਾਂ ਨੇ। ਦੇਖੋ, ਤੁਸੀਂ ਜਿਹੜੀ ਚੰਡੀਗੜ੍ਹ ਦੀ ਗੱਲ ਕੀਤੀ ਹੈ ਉਹ ਤਾਂ ਹੁਣ ਮੈਨੂੰ ਲੱਗਦਾ ਸਿਰਫ ਰਸਮ ਅਦਾਇਗੀ ਹੋ ਗਈ ਹੈ। ਜੇ ਕਹਿ ਵੀ ਦੇਣਗੇ ਤਾਂ ਉਹਦੇ ਤੇ ਅੱਗੇ ਵਧਿਆ ਹੀ ਨਹੀਂ ਜਾਣਾ। ਉਹ ਹੁਣ ਇਹ ਤੁਸੀਂ ਆਪਾਂ ਨੂੰ ਹੁਣ ਮੰਨ ਕੇ ਹੀ ਰੱਖ ਲੈਣਾ ਚਾਹੀਦਾ ਕਿ ਨਾ ਤਾਂ ਸਾਡੀ ਪੋਲੀਟੀਕਲ ਜਮਾਤ ਦੇ ਵਿੱਚ ਹੁਣ ਉਹ ਕੋਈ ਤਾਕਤ ਰਹਿ ਗਈ ਹੈ ਕਿ ਉਹ ਇਸ ਤਰ੍ਹਾਂ ਦੇ ਇਸ਼ੂ ਉਠਾਉਣ ਤੇ ਉਸ ਦੇ ਉੱਤੇ ਲੜਨ। ਉਠਾ ਸਕਦੇ ਹੈ, ਚਿੱਠੀ ਲਿਖਤੀ, ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ 'ਚ ਬੋਲਤਾ, ਇਹ ਸਿਰਫ ਉੱਥੇ ਤੱਕ ਹੀ ਮਹਿਦੂਦ ਨੇ, ਇਹਦੇ ਉੱਤੇ ਕੋਈ ਲੜਾਈ ਨਹੀਂ ਲੜੀ ਜਾਣੀ। ਇਸੇ ਕਰਕੇ ਪੰਜਾਬ ਹੀ ਇੱਕ ਇਹੋ ਜਿਹੀ ਸਟੇਟ ਰਹਿ ਗਈ ਹੈ ਜਿਹਨੂੰ ਉਹਦੀ ਰਾਜਧਾਨੀ ਦਾ ਕੋਈ ਫਾਇਦਾ ਨਹੀਂ ਹੁੰਦਾ। ਮਤਲਬ ਉਹਦਾ, ਕਿਉਂਕਿ ਰਾਜਧਾਨੀ ਉਹਦੀ ਹੈ ਹੀ ਨਹੀਂ। ਹਰ ਸਟੇਟ ਨੂੰ ਰਾਜਧਾਨੀ ਦਾ ਇੱਕ ਬਹੁਤ ਫਾਇਦਾ ਹੁੰਦਾ ਹੈ। ਬਹੁਤ ਸਾਰੀਆਂ ਚੀਜ਼ਾਂ ਰਾਜਧਾਨੀ ਦੇ ਵਿੱਚ ਹੁੰਦੀਆਂ ਨੇ। ਸੋ ਅਸੀਂ ਜਦੋਂ ਗੱਲਾਂ ਕਰਦੇ ਹਾਂ ਵੀ ਜਾਂ ਤਾਂ ਅਸੀਂ ਐਡਮਿਨਿਸਟ੍ਰੇਟਿਵ ਜਿਹੜੀ ਹੈਗੀ ਕੈਪੀਟਲ ਬਣਾਉਂਦੇ ਹਾਂ, ਜਾਂ ਸਾਡੀ ਜਿਹੜੀ ਇਕਨੋਮਿਕ ਕੈਪੀਟਲ, ਫਾਈਨੈਂਸ਼ੀਅਲ ਜਿਹੜੀ ਹੁੰਦੀ ਹੈ ਉਹ ਕੈਪੀਟਲ ਬਣਦੀ ਹੈ। ਸਾਨੂੰ ਉਹ ਤਾਂ ਅਸੀਂ ਠੀਕ ਹੈ ਲੁਧਿਆਣਾ ਨੂੰ ਬਣਾਇਆ ਹੋਇਆ, ਪਰ ਜਿਹੜਾ ਸਾਡਾ ਐਡਮਿਨਿਸਟ੍ਰੇਟਿਵ ਕੰਪਲੈਕਸ ਹੈਗਾ ਜਾਂ ਕੈਪੀਟਲ ਹੈਗੀ ਆ, ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ। ਜਿਹੜੇ ਅਸੀਂ ਇੱਥੇ ਟੈਕਸਿਸ ਮਤਲਬ ਖਰਚ ਕਰਦੇ ਆ, ਉਹ ਸਾਰਾ ਟੈਕਸ ਤਾਂ ਸੈਂਟਰ ਗਵਰਨਮੈਂਟ ਨੂੰ ਚਲਾਉਂਦਾ, ਸਾਨੂੰ ਤਾਂ ਉਹਦੇ 'ਚ ਕੁਝ ਆਉਂਦਾ ਹੀ ਨਹੀਂ ਹੈ। ਸੋ ਇਸ ਕਰਕੇ ਜਿਹੜਾ ਸਾਨੂੰ ਨੁਕਸਾਨ ਹੋ ਰਿਹਾ ਹੈ, ਇਹਦੇ ਉੱਤੇ ਲੜਨ ਵਾਲਾ ਮੈਨੂੰ ਤਾਂ ਕੋਈ, ਹੁਣ ਆਪਾਂ ਤਿੰਨੋਂ ਸਰਕਾਰਾਂ ਦੇਖ ਲਈਆਂ, ਅਕਾਲੀ ਦਲ BJP ਦੀ ਸਰਕਾਰ ਵੀ ਆਪਾਂ ਦੇਖ ਲਈ, 10-10 ਸਾਲ ਕਾਂਗਰਸ ਦੇ ਵੀ ਦੇਖ ਲਏ, ਹੁਣ ਆਮ ਆਦਮੀ ਪਾਰਟੀ ਦਾ ਵੀ ਲਗਭਗ ਉਹੀ ਹਾਲ ਹੈ। ਅਜੇ ਤੱਕ ਮੈਨੂੰ ਲੜਨ ਵਾਲੀ ਕੋਈ ਇਹਦੇ 'ਚ ਉਹ ਦਿਖ ਨਹੀਂ ਰਹੀ ਹੈ। ਤੇ ਖੈਰ ਆਪਾਂ ਹੁਣ ਚੱਲਦੇ ਹਾਂ ਤੁਹਾਡੀ ਬੁਲਟ ਟ੍ਰੇਨ ਤੇ। ਹਾਂਜੀ, ਦੂਸਰਾ ਦੇਖੋ, ਪੰਜਾਬ ਲਈ ਇੱਕ ਇਹਨੂੰ ਚੰਗੀ ਖਬਰ ਵੀ ਕਹਿ ਸਕਦੇ ਹਾਂ, ਔਰ ਤੁਸੀਂ ਕਿਸਾਨਾਂ ਦੇ ਲਿਹਾਜ਼ ਨਾਲ ਜੇ ਕਰੋਗੇ ਤਾਂ ਉਹਨਾਂ ਦੀ ਜ਼ਮੀਨਾਂ ਆ ਰਹੀਆਂ ਨੇ ਤਾਂ ਉਹਨਾਂ ਦੀ ਇੱਕ ਚਿੰਤਾ ਦਾ ਵਿਸ਼ਾ ਵੀ ਹੈਗਾ। ਸੋ ਕੱਲ ਜਿਹੜੀ ਟੀਮਾਂ ਆ ਗਈਆਂ ਪੰਜਾਬ ਦੇ ਵਿੱਚ, ਉਹਨਾਂ ਨੇ ਸੋਸ਼ਲ ਇਕਨੋਮਿਕ ਸਰਵੇ ਜਿਹੜਾ ਹੈ ਉਹ ਸ਼ੁਰੂ ਕਰਤਾ ਹੈ, ਜਿਹਦਾ ਮਤਲਬ ਇਹ ਹੁੰਦਾ ਹੈ ਕਿ ਕਿਸ ਦੀ ਜ਼ਮੀਨ ਕਿੰਨੀ ਆ ਰਹੀ ਹੈ ਉਹਦੇ ਬਾਰੇ ਉਹਨੂੰ ਦੱਸਣਾ, ਤੇ ਉਹਦਾ ਸਾਰਾ ਰਿਕਾਰਡ ਲੈਣਾ ਕਿ ਉਹ ਇਸੇ ਜ਼ਮੀਨ ਦੇ ਉੱਤੇ ਡਿਪੈਂਡੈਂਟ ਹੈ, ਉਸ ਜ਼ਮੀਨ ਦੇ ਉੱਤੇ ਦਾ ਕੀ ਘਰ ਆ ਰਿਹਾ ਹੈ, ਕਿ ਉਹਦੀ ਮੋਟਰ ਆ ਰਹੀ ਹੈ ਜਾਂ ਉਹਦੇ ਦਰਖਤ ਆ ਰਹੇ ਨੇ, ਕੀ ਆ ਰਿਹਾ ਹੈ,
ਉਹ ਸਾਰਾ ਲਿਖਣਾ ਤੇ ਇਹ ਸਿਫਾਰਿਸ਼ ਕਰਨੀ ਕਿ ਇਹਨੂੰ ਇੰਨਾ ਕੁ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ, ਇਸ ਦਾ ਅਲੱਗ ਹੈ। ਇਹ ਅਸੀਂ ਉਹਨਾਂ ਤੋਂ ਮਤਲਬ ਉਹਨਾਂ ਨੇ ਕਿਸਾਨਾਂ ਨੇ ਸਾਨੂੰ ਦੱਸਿਆ, ਇਹ ਸਾਰੀ ਇੱਕ ਸਿਫਾਰਿਸ਼ ਕਰਦੀ ਹੈ। ਇਹ ਰਿਸਰਚ ਟੀਮ ਇੱਕ ਲੱਗੀ ਹੋਈ ਹੈ, IIM ਰਿਸਰਚ ਦਿੱਲੀ, ਉਹਦੀ ਟੀਮ ਕਰ ਰਹੀ ਹੈ। 12 ਟੀਮਾਂ ਉਹਨਾਂ ਦੀਆਂ ਆਈਆਂ ਹੋਈਆਂ ਨੇ ਜਿਹੜੀਆਂ ਵੱਖ-ਵੱਖ ਪਿੰਡਾਂ 'ਚ ਲਗਾਤਾਰ ਕਰ ਰਹੀਆਂ ਨੇ। ਹਰਿਆਣਾ ਤੋਂ ਸਰਵੇ ਹੁੰਦਾ ਹੋਇਆ ਹੁਣ ਪੰਜਾਬ 'ਚ ਐਂਟਰ ਹੋ ਗਿਆ। ਟੋਟਲ ਇਹ 459 ਕਿਲੋਮੀਟਰ ਦਾ ਜੋ ਟਰੈਕ ਹੈ, ਇਸ ਤੇ 365 ਪਿੰਡਾਂ ਦੀਆਂ ਜ਼ਮੀਨਾਂ ਆਣੀਆਂ ਨੇ, ਕਿਉਂਕਿ ਇਹ ਪਿੱਲਰ ਦੇ ਉੱਤੇ ਬਣਨਾ ਹੈ। ਇਸ ਕਰਕੇ ਇਹ ਵਾਲਾ ਉਹਨਾਂ ਨੂੰ ਕੱਲ ਉਹਨਾਂ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਸਾਨਾਂ ਦੀ ਇਹ ਸੀਗੀ ਕਿ ਜਦੋਂ ਟਰੈਕ ਵਿੱਚੋਂ ਦੀ ਨਿਕਲ ਜਾਂਦਾ ਹੈ ਤਾਂ ਅੱਧੀ ਜ਼ਮੀਨ ਇੱਕ ਪਾਸੇ ਹੋ ਜਾਂਦੀ ਹੈ, ਅੱਧੀ ਜ਼ਮੀਨ ਸਾਡੀ ਇੱਕ ਪਾਸੇ ਹੋ ਜਾਂਦੀ ਹੈ, ਨਾ ਅਸੀਂ ਇੱਧਰ ਜਾ ਸਕਦੇ ਹਾਂ ਨਾ ਉੱਧਰ ਜਾ ਸਕਦੇ ਹਾਂ, ਕਿਉਂਕਿ ਵਿੱਚੋਂ ਲੰਘਣ ਦਾ ਕੋਈ ਰਾਹ ਨਹੀਂ ਹੁੰਦਾ। ਸੋ ਕਿਉਂਕਿ ਟਰੈਕ ਬਹੁਤ ਉੱਚਾ ਕਰਕੇ ਬਣਾਇਆ ਜਾਂਦਾ ਇਹਦੇ ਵਿੱਚ, ਕਿਉਂਕਿ ਪਿੱਲਰਸ ਨੇ, ਇਸ ਕਰਕੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਨਿਕਲਣ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ। ਪਰ ਅੰਦੇਸ਼ਾ ਉਹਨਾਂ ਦਾ ਹਜੇ ਵੀ ਹੈ ਕਿ ਜੇ ਤੁਸੀਂ ਥੱਲੇ ਕੀ ਨਾਮ ਹੈ ਫੈਂਸਿੰਗ ਕਰਤੀ ਤਾਂ ਸਾਨੂੰ ਨਿਕਲਣਾ ਔਖਾ ਹੋਊਗਾ। ਇਹ ਚੀਜ਼ਾਂ, ਕਿਉਂਕਿ ਇਹ ਸਰਵੇ ਇੱਕ ਟੀਮ ਕੋਲ ਹੈ, ਜਿਹੜਾ ਫੈਂਸਿੰਗ ਵਗੈਰਾ ਕੁਝ ਕਰਨਾ ਜਾਂ ਨਹੀਂ ਕਰਨਾ ਇਹ ਦੂਜੀਆਂ ਟੀਮਾਂ ਕਰਨੀਆਂ। ਸੋ ਅਜੇ ਬਹੁਤ ਪ੍ਰੀਲਿਮਿਨਰੀ ਸਟੇਜ ਦਾ ਤੇ ਅਸੀਂ ਕਹਿ ਸਕਦੇ ਹਾਂ ਵੀ ਸਰਵੇ ਹੋਇਆ। ਪਰ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਅੰਮ੍ਰਿਤਸਰ ਤੋਂ ਦਿੱਲੀ ਬੁਲਟ ਟ੍ਰੇਨ ਨੂੰ ਮਨਜ਼ੂਰੀ ਦੇਤੀ ਹੈ। ਉਹਦੇ ਉੱਤੇ ਜ਼ਮੀਨ ਰੂਟ ਆਇਡੈਂਟੀਫਾਈ ਹੋ ਗਿਆ, ਉਹਦੀ ਜ਼ਮੀਨ ਆਇਡੈਂਟੀਫਾਈ ਹੋ ਗਈ ਹੈ। ਹੁਣ ਸਿਰਫ ਉਸ ਤੋਂ ਅਗਲੀਆਂ ਪ੍ਰਕਿਰਿਆਵਾਂ ਨੇ, ਜਿਵੇਂ ਸੋਇਲ ਟੈਸਟਿੰਗ ਹੈ ਕਿ ਜਿੱਥੇ ਜਿੱਥੇ ਪਿੱਲਰ ਬਣਨੇ ਹੈ ਕਿ ਉਹ ਸੋਇਲ ਇੰਨੀ ਜੋਗੀ ਹੈਗੀ ਹੈ ਕਿ ਇੰਨਾ ਭਾਰ ਝੇਲ ਸਕੇ ਇਸ ਕਿਸਮ ਦੀ, ਜਾਂ ਕੀ ਥੋੜਾ ਬਹੁਤ ਕੋਈ ਇਹੋ ਜਿਹੀਆਂ ਚੀਜ਼ਾਂ ਤਾਂ ਵਿੱਚ ਨਹੀਂ ਆ ਰਹੀਆਂ ਜਿਹਨੂੰ ਹਟਾਇਆ ਨਹੀਂ ਜਾ ਸਕਦਾ, ਤਾਂ ਕੀ ਥੋੜਾ ਜਿਹਾ ਰੂਟ ਜਿਹੜਾ ਹੈਗਾ ਉਹ ਡਾਈਵਰਟ ਕੀਤਾ ਜਾ ਸਕਦਾ ਹੈ 2-4 ਕਿੱਲੇ ਛੱਡ ਕੇ, ਕਿਉਂਕਿ ਬੁਲਟ ਟ੍ਰੇਨ ਆਪਣੀ ਸਪੀਡ ਕਰਕੇ ਹੈ ਔਰ ਸਪੀਡ ਬਿਲਕੁਲ ਸਿੱਧੀ ਹੋਏਗੀ, ਟਰੈਕ ਤਾਂ ਹੀ ਉਹਦੀ ਸਪੀਡ ਬਣੇਗੀ। ਅਗਰ ਘੁਮਾਉਦਾਰ ਹੋਏਗੀ ਤਾਂ ਉਹਦਾ ਉਲਟਣ ਦਾ ਵੀ ਖਤਰਾ ਰਹਿੰਦਾ ਹੈ। ਸੋ ਇਸ ਕਰਕੇ ਬਿਲਕੁਲ ਡਰੋਨ ਤੋਂ ਜਿਹੜੀ ਉਹਨਾਂ ਨੇ ਇੱਕ ਪਿਕਚਰ ਲਿੱਤੀ ਹੈ ਔਰ ਸਕੇਲ ਮਾਰ ਕੇ, ਜਿਹਨੂੰ ਆਪਾਂ ਕਹਿੰਦੇ ਨਾ ਸਕੇਲ ਮਾਰ ਕੇ ਇੱਕ ਰੂਟ ਕੱਢਿਆ ਹੈ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੋਂ ਦਿੱਲੀ। ਸੋ 3-4 ਸਟੇਸ਼ਨ ਹੀ ਨੇ ਪੰਜਾਬ ਦੇ ਜਿਨ੍ਹਾਂ 'ਚ ਗੱਡੀ ਰੁਕੇਗੀ। ਉਹਨਾਂ 'ਚੋਂ ਪਹਿਲਾ ਚੰਡੀਗੜ੍ਹ, ਦੂਜਾ ਲੁਧਿਆਣਾ, ਤੀਜਾ ਜਲੰਧਰ ਤੇ ਚੌਥਾ ਅੰਮ੍ਰਿਤਸਰ ਜਿੱਥੇ ਖਤਮ ਹੋਣੀ ਹੈ। ਔਰ ਸਾਰੇ ਸਟੇਸ਼ਨ ਇਹਦੇ ਬਿਲਕੁਲ ਇਹ ਹੈ ਅਲੱਗ ਬਣਨਗੇ। ਇਹਦੇ 'ਚ ਸਭ ਤੋਂ ਖਾਸ ਗੱਲ ਇਹ ਹੈ ਕਿ ਸਾਰੇ ਸਟੇਸ਼ਨ ਅਲੱਗ ਹੋਣਗੇ। ਜਿਹੜਾ ਰਵਾਇਤੀ ਆਪਣਾ ਰੇਲਵੇ ਟਰੈਕ ਹੈਗਾ ਜਾਂ ਰੇਲਵੇ ਸਟੇਸ਼ਨ ਹੈਗੇ ਨੇ ਉਹਨਾਂ ਨਾਲ ਇਹਦਾ ਕੋਈ ਸੰਬੰਧ ਨਹੀਂ। ਇਹ ਬੜੀ ਅੱਛੀ ਗੱਲ ਆ। ਇਹਦੀ ਸਪੀਡ ਜਿਹੜੀ ਮੋਸਟ ਪ੍ਰੋਬਬਲੀ 200 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਹੋਏਗੀ, ਇਹ ਦੱਸਿਆ ਜਾ ਰਿਹਾ। ਤੇ ਇਹ ਕਾਫੀ ਅਹਿਮ ਪ੍ਰੋਜੈਕਟ ਆ, ਪਰ ਕਈ ਵਾਰੀ ਅਹਿਮ ਪ੍ਰੋਜੈਕਟ ਥੋੜੀ ਦੇਰ ਲਈ ਉਹਨਾਂ ਵਿਅਕਤੀਆਂ ਦੇ ਸਾਹ ਵੀ ਸੂਤ ਦਿੰਦੇ ਆ ਜਿਨ੍ਹਾਂ ਨੇ ਇਹਦੇ ਤੋਂ ਪ੍ਰਭਾਵਿਤ ਹੋਣਾ ਹੁੰਦਾ, ਜਿਨ੍ਹਾਂ ਨੇ ਬੜੇ ਸਾਲਾਂ ਤੋਂ ਘਰ ਕੋਠੇ ਬਣਾ ਕੇ ਆਪਣੀਆਂ ਪੀੜ੍ਹੀਆਂ ਇੱਕ ਦੂਜੇ ਅੱਗੇ ਵਾਰਸਾਂ ਨੂੰ ਸੌਂਪੀਆਂ ਹੁੰਦੀਆਂ। ਖੈਰ ਅੱਜ ਲਈ ਇੰਨਾ ਹੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।